ਇੱਕ 20 ਸਾਲ ਦਾ ਮੁੰਡਾ ਅੱਜ ਤੋਂ ਅੱਧੀ ਸਦੀ ਪਹਿਲਾਂ 50 ਸਾਲ ਪਹਿਲਾਂ ਕੈਨੇਡਾ ਆਉਂਦਾ ਤੇ ਅੱਜ ਉਹ ਮੁੰਡਾ ਨਹੀਂ ਰਿਹਾ। ਰਾਜ ਚੌਹਾਨ ਅੱਜ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਸਪੀਕਰ ਨੇ। ਅੱਜ ਪੰਜਾਬੀਅਤ ਦਾ ਨਾਂ ਜਿਹੜਾ ਹੈ ਉਹ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਅਸੈਂਬਲੀ ਹੈ ਉਹਦੇ ਵਿੱਚ ਕਿਵੇਂ ਰੋਸ਼ਨ ਕੀਤਾ। ਜੇ ਪੰਜਾਬ 'ਚ ਵਿਦਿਆਰਥੀ ਲਹਿਰ 'ਚ ਨਾਅਰੇ ਲਾਉਂਦੇ ਇੱਥੇ ਪਹੁੰਚ ਗਏ ਤੇ ਅੱਜ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਮੈਂ ਕਹੂੰ ਸੰਵਿਧਾਨਕ ਤੌਰ ਤੇ ਸਭ ਤੋਂ ਵੱਡੀ ਕੁਰਸੀ ਤੇ ਬੈਠੇ ਨੇ। ਜਿਹੜਾ ਵੋਟ ਪਾਉਣ ਦਾ ਸਾਨੂੰ ਹੱਕ ਮਿਲਿਆ ਉਹ ਆਪਣੇ ਆਪ ਨਹੀਂ ਸੀ ਹੋਇਆ। ਜਿਹੜੇ ਸਾਡੇ ਗਦਰੀ ਬਾਬੇ ਸੀ, ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਦੀ ਇੰਨੀ ਜ਼ਿਆਦਾ ਸਟਰਗਲ, ਇੰਨੀ ਘਾਲਣਾ ਉਹਨਾਂ ਦੀ ਸੀਗੀ ਉਹ, ਜਿਨ੍ਹਾਂ ਦੇ ਸਦਕਾ ਅੱਜ ਅਸੀਂ ਇੱਥੇ ਤੱਕ ਪਹੁੰਚੇ। ਜਦੋਂ ਮੈਂ ਇੱਥੇ ਆਇਆ ਤਾਂ ਮੈਂ ਮੇਰੇ ਆਪਣੇ ਸਾਥੀਆਂ ਨੂੰ ਮਿਲਿਆ। ਉਹਨਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਨੇ ਦੇਖਿਆ ਵੀ ਇੱਥੇ ਬੜਾ ਵਿਤਕਰਾ ਹੁੰਦਾ। ਲੋਕ ਖੇਤਾਂ ਵਿੱਚ ਕੰਮ ਕਰਦੇ ਸੀ, ਕੰਮ ਕਰਨ ਵਾਲਿਆਂ ਦੇ ਉੱਤੇ ਜਿਹੜਾ ਲਾਅ ਸੀ, ਕਾਨੂੰਨ ਸੀ, ਉਹ ਲਾਗੂ ਨਹੀਂ ਸੀ ਹੁੰਦੇ, ਕਿਉਂਕਿ ਲੋਕਾਂ ਦੇ ਮਨਾਂ ਵਿੱਚ ਡਰ ਇੰਨਾ ਸੀ ਵੀ ਜੇ ਤੁਸੀਂ ਯੂਨੀਅਨ ਨਾਲ ਗੱਲ ਕੀਤੀ ਜਾਂ ਕਿਸੇ ਨਾਲ ਤੁਹਾਨੂੰ ਡਿਪੋਰਟ ਕਰ ਦੇਣਗੇ। ਇਟ ਵਾਜ਼ ਦ ਫਰਸਟ ਯੂਨੀਅਨ ਇਨ ਦ ਹਿਸਟਰੀ ਆਫ ਕੈਨੇਡਾ ਜਿਹਨੇ ਕਿਸੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦਾ ਫਾਊਂਡਿੰਗ ਪ੍ਰੈਜ਼ੀਡੈਂਟ ਮੈਂ ਆ। ਤੁਸੀਂ ਹੈਡ ਕੀਤਾ? ਹਾਂਜੀ। ਸਭ ਮੈਨੂੰ ਤਾਂ ਹੁਣ ਯਾਦ ਆਇਆ, ਤੁਹਾਨੂੰ ਕੱਲਿਆਂ ਨੂੰ ਪਾਰਕ 'ਚ ਲਾਇਆ ਰਹੇ, ਤੁਹਾਡੀ ਸਿਕਿਉਰਿਟੀ ਨਹੀਂ ਦਿਸ ਰਹੀ। ਸਿਕਿਉਰਿਟੀ ਮੇਰੇ ਇਹ ਬਸ ਤੁਸੀਂ ਭੈਣ ਭਰਾ ਜਿਹੜੇ ਸਾਰੇ ਉਹੀ ਸਿਕਿਉਰਿਟੀ ਆ। ਪਬਲਿਕ ਵਿੱਚ ਜਾ ਕੇ ਖੁੱਲ੍ਹੇ ਤੌਰ 'ਤੇ ਜਿਹਨੂੰ ਮਿਲਣਾ, ਲੋਕ ਸਾਨੂੰ ਆ ਕੇ ਮਿਲ ਸਕਦੇ ਆ। ਕੋਈ ਇਸ ਤਰ੍ਹਾਂ ਦਾ ਸਿਸਟਮ ਜਿਹਦੇ ਵਿੱਚ ਸਾਡੇ ਲਈ ਐਕਸਟਰਾ ਸਿਕਿਉਰਿਟੀ ਆ ਜਾਂ ਮੈਨੂੰ ਕੋਈ ਪ੍ਰੋਟੈਕਟ ਕਰਨ ਵਾਲੇ ਵਾਸਤੇ। ਸਾਨੂੰ ਤੇ ਹੱਥ ਪਈ ਸਵਾਦ ਨਹੀਂ ਆ ਰਿਹਾ, ਪਿੱਛੇ ਦਗੜ ਹੁੰਦੀ ਹੋਵੇ, ਹੁੰਦੀ ਹੋਵੇ, ਸਟ੍ਰੇਨ ਕਰਨ ਵਾਲੇ ਖੜੇ ਹੋਣ, ਹੈਨਾ, ਤੇ ਕੋਈ ਵੀ ਤੁਹਾਨੂੰ ਸਿਕਿਉਰਿਟੀ ਵਾਲਾ ਨਹੀਂ ਮਿਲਿਆ? ਕੋਈ ਸਿਕਿਉਰਿਟੀ ਨਹੀਂ, ਕੋਈ ਖਤਰਾ ਨਹੀਂ? ਕੋਈ ਖਤਰਾ ਨਹੀਂ ਆ। ਜਾਂ ਸਿਕਿਉਰਿਟੀ ਜੇ ਅਸੀਂ ਚਾਹੀਏ ਤਾਂ ਮਿਲ ਸਕਦੀ ਆ, ਪਰ ਉਹਦੀ ਜ਼ਰੂਰਤ ਨਹੀਂ। ਤੁਸੀਂ 5 ਵਾਰੀ ਲਗਾਤਾਰ 2005 ਤੋਂ ਲੈ ਕੇ ਅੱਜ ਤੱਕ ਇੱਕੋ ਹਲਕੇ 'ਚੋਂ ਜਿੱਤਦੇ ਆ ਰਹੇ ਜੇ ਵਿਧਾਇਕ, ਤੇ ਕਿਸੇ ਨਾਲ ਦੁਸ਼ਮਣੀ ਨਹੀਂ ਪਈ ਇੰਨੇ ਸਾਲਾਂ। ਅੱਜ ਡਰਾਈਵਰ ਛੁੱਟੀ ਤੇ ਤੁਹਾਡਾ, ਸਾਨੂੰ ਗੱਡੀ ਵੀ ਤੁਸੀਂ ਖੁਦ ਚਲਾ ਕੇ ਲੈ ਕੇ ਆਏ ਜੀ। ਯਾ ਆਈ ਵਾਸ ਹੈਪੀ ਕਿ ਤੁਸੀਂ ਮੇਰੇ ਨਾਲ ਬੈਠ ਕੇ ਆਏ। ਤਾਂ ਬੜੀ ਡਰਾਈਵਰ ਹੈਗਾ ਵੈਸੇ ਮਿਲਿਆ? ਕਦੇ ਨਹੀਂ ਡਰਾਈਵਰ। ਪੀਸੀ ਵਿਧਾਨ ਸਭਾ ਦੇ ਸਪੀਕਰ ਨੂੰ ਡਰਾਈਵਰ ਵੀ ਨਹੀਂ ਮਿਲੇ? ਨਹੀਂ, ਲੋੜ ਹੀ ਨਹੀਂ ਪਈ ਹੈਗੀ, ਨਾ ਡਰਾਈਵਰ ਦੀ, ਨਾ ਸਿਕਿਉਰਿਟੀ ਦੀ, ਨਾ ਹੀ ਉੱਥੇ ਜਿਹੜੇ ਆਪਾਂ ਨੂੰ ਮਿਲਦੇ ਹੁੰਦੇ ਨੇ ਜਿਹੜੇ ਉਹ ਮਹੱਲ ਬੰਗਲੇ, ਚੰਡੀਗੜ੍ਹ ਬੰਗਲੇ ਮਿਲਦੇ ਹਨ, ਉਹ ਸਾਡੇ ਕੋਲ ਨਹੀਂ ਹੁੰਦੇ ਹੈਗੇ। ਨਹੀਂ, ਵਿਕਟੋਰੀਆ ਤੁਹਾਡੇ ਕੋਲ ਉਹਨੂੰ ਤੁਹਾਨੂੰ ਕੋਈ ਅਲਾਟ ਨਹੀਂ ਹੋਇਆ? ਹੁੰਦੇ ਹੀ ਨਹੀਂ ਸਾਡੇ ਕੋਲ। ਫਿਰ ਜਦੋਂ ਵਿਧਾਨ ਸਭਾ ਚੱਲਦੀ ਹੈ ਫਿਰ ਉਦੋਂ ਅਸੀਂ ਹੋਟਲ 'ਚ ਮੈਂ ਪੰਜਾਬ ਦੇ ਸਪੀਕਰ ਉਹਨਾਂ ਨਾਲ ਗੱਲਾਂ ਕਰਦਾ ਸੀ। ਮੈਂ ਕਿਹਾ ਤੁਹਾਡਾ ਸੈਸ਼ਨ ਕਿੰਨਾ ਲੰਬਾ ਹੁੰਦਾ? ਕਹਿੰਦਾ ਯਾਰ ਪੁੱਛੋ ਹੀ ਨਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਸਾਡਾ ਸੈਸ਼ਨ ਤਾਂ 3 ਦਿਨਾਂ ਦਾ। ਇਹ ਪਹਿਲੇ ਦਿਨ ਅਸੀਂ ਜਾ ਕੇ ਸ਼ਰਧਾਂਜਲੀਆਂ ਦੇ ਆਉਂਦੇ ਹਾਂ, ਦੂਜੇ ਦਿਨ ਅਸੀਂ ਇੱਕ ਦਿਨ ਲੜ ਪੈਂਦੇ ਹਾਂ, ਤੀਜੇ ਦਿਨ ਅਸੀਂ ਹੱਥ ਖੜਾ ਕਰਕੇ ਸਾਰੇ ਬਿੱਲ ਪਾਸ ਕਰ ਲੈਂਦੇ ਹਾਂ। ਸਾਡੇ ਤਾਂ ਇਦਾਂ ਵੀ ਹੋ ਜਾਂਦਾ ਕਈ ਵਾਰੀ, ਜਿਹੜੇ ਸੱਤਾਧਾਰੀ ਵਿਧਾਇਕ ਨੇ ਉਹ ਕਈ ਵਾਰੀ ਸਪੀਕਰ ਨੂੰ ਕਹਿੰਦੇ ਵੀ ਤੁਸੀਂ ਆਪਣਿਆਂ ਨੂੰ ਨਹੀਂ ਸੁਣਦੇ ਜੀ, ਤੁਸੀਂ ਤਾਂ ਵਿਰੋਧੀ ਧਿਰ ਨੂੰ ਜ਼ਿਆਦਾ ਮੌਕਾ ਦਿੰਦੇ ਜੀ। ਇਦਾਂ ਦਾ ਵੀ ਕਿਤੇ ਗੱਲ ਆਉਂਦੀ? ਜਦੋਂ ਮੈਂ ਪਹਿਲੀ ਵਾਰ ਜਿੱਤਿਆ ਸੀਗਾ, ਉਸ ਤੋਂ ਬਾਅਦ ਮੇਰੀ ਹਰ ਵਾਰੀ ਜਿਹੜੀ ਵੋਟ ਮਾਰਜਨ ਸੀਗਾ ਉਹ ਡਬਲ ਹੁੰਦਾ ਗਿਆ। ਕੈਨੇਡਾ ਉਡਾਰੀ ਪ੍ਰੋਗਰਾਮ ਤਹਿਤ ਤੁਹਾਨੂੰ ਅੱਜ ਕੈਨੇਡਾ ਦਾ ਇੱਕ ਹੋਰ ਬਹੁਤ ਹੀ ਖੂਬਸੂਰਤ ਰੰਗ ਦਿਖਾਵਾਂਗੇ। ਇੱਕ 20 ਸਾਲ ਦਾ ਮੁੰਡਾ ਅੱਜ ਤੋਂ ਅੱਧੀ ਸਦੀ ਪਹਿਲਾਂ 50 ਸਾਲ ਪਹਿਲਾਂ ਕੈਨੇਡਾ ਆਉਂਦਾ, ਕੈਨੇਡਾ ਆ ਕੇ ਕਿਰਤ ਕਰਦਾ ਔਰ ਕਈ ਤਰ੍ਹਾਂ ਦੇ ਸੰਘਰਸ਼ਾਂ ਵਿੱਚੋਂ ਵੀ ਨਿਕਲਦਾ ਹੈ, ਤੇ ਅੱਜ ਉਹ ਮੁੰਡਾ ਨਹੀਂ ਰਿਹਾ। ਰਾਜ ਚੌਹਾਨ ਅੱਜ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਸਪੀਕਰ ਨੇ, ਔਰ ਉਹਨਾਂ ਨੇ 50 ਸਾਲਾਂ ਦੌਰਾਨ ਕਿਵੇਂ ਸੰਘਰਸ਼ ਕੀਤਾ
ਔਰ ਇੱਕੋ ਹਲਕੇ ਵਿੱਚੋਂ 2005 ਤੋਂ ਲੈ ਕੇ ਹੁਣ ਤੱਕ 5 ਵਾਰ ਕਿਵੇਂ ਵਿਧਾਇਕ ਬਣੇ, ਇਹੋ ਜੀ ਖੂਬਸੂਰਤ ਸ਼ਖਸੀਅਤ ਅੱਜ ਤੁਹਾਡੇ ਮੂਹਰੇ ਪੇਸ਼ ਕਰਕੇ ਪੁੱਛਾਂਗੇ ਵੀ ਉਹਨਾਂ ਨੇ ਕਿੱਦਾਂ ਦੀਆਂ ਕਿਰਤਾਂ ਕੀਤੀਆਂ, ਕਿੱਦਾਂ ਦੇ ਸੰਘਰਸ਼ ਕੀਤੇ, ਤੇ ਅੱਜ ਪੰਜਾਬੀਅਤ ਦਾ ਨਾਂ ਜਿਹੜਾ ਹੈ ਉਹ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਅਸੈਂਬਲੀ ਹੈ ਉਹਦੇ ਵਿੱਚ ਕਿਵੇਂ ਰੋਸ਼ਨ ਕੀਤਾ। ਚੌਹਾਨ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬੜੀ ਖੁਸ਼ੀ ਹੋਈ ਸਾਰਿਆਂ ਨੂੰ ਮਿਲ ਕੇ। ਚੌਹਾਨ ਸਾਹਿਬ, ਜਦੋਂ ਮੈਂ ਥੋੜਾ ਜਿਹਾ ਬਰੀਫ ਤੁਹਾਡੇ ਬਾਰੇ ਗੂਗਲ ਤੇ ਦੇਖਿਆ ਤੇ ਮੈਨੂੰ ਅਥਾਹ ਖੁਸ਼ੀ ਹੋਈ। ਬਤੌਰ ਪੰਜਾਬੀ ਤੁਸੀਂ ਭਾਰਤ 'ਚ, ਪੰਜਾਬ 'ਚ ਵਿਦਿਆਰਥੀ ਲਹਿਰ 'ਚ ਨਾਅਰੇ ਲਾਉਂਦੇ ਲਾਉਂਦੇ ਇੱਥੇ ਪਹੁੰਚ ਗਏ ਤੇ ਅੱਜ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ, ਮੈਂ ਕਹੂੰ ਸੰਵਿਧਾਨਕ ਤੌਰ ਤੇ ਸਭ ਤੋਂ ਵੱਡੀ ਕੁਰਸੀ ਤੇ ਬੈਠੇ ਜੇ। ਇਹ ਸਾਰਾ ਕੁਝ ਕਿਵੇਂ ਵਾਪਰ ਗਿਆ? ਦੇਖੋ, ਆਪਾਂ ਨੂੰ ਥੋੜਾ ਜਿਹਾ ਕੈਨੇਡਾ ਦੇ ਇਤਿਹਾਸ ਦੇ ਉੱਤੇ ਝਾਕ ਮਾਰਨੀ ਚਾਹੀਦੀ ਹੈ ਜੀ। ਆਪਣੇ ਇੱਥੇ ਲੋਕ ਜਿਹੜੇ ਪੰਜਾਬੀ ਸੀਗੇ 1895-96 ਨੇੜੇ ਆਉਣ ਲੱਗੇ ਸੀਗੇ। ਜਿਹੜੇ ਪਹਿਲਾਂ 4-5 ਬੰਦੇ ਪਹਿਲਾਂ ਆਏ ਸੀਗੇ ਜੀ। ਜ਼ਿਆਦਾਤਰ ਮਗਰੋਂ, ਫਿਰ 1905 ਤੋਂ ਮਗਰੋਂ ਆਏ। ਉਹ ਜਦੋਂ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਇਹ ਜਿਹੜਾ ਮੁਲਕ ਹੈ, ਹਾਲਾਂਕਿ ਜਿਹੜੇ ਇੱਥੋਂ ਦੇ ਨੇਟਿਵ ਸੀਗੇ, ਆਦਿਵਾਸੀ ਲੋਕ ਹੁੰਦੇ ਸੀ, ਉਹਨਾਂ ਦਾ ਮੁਲਕ ਸੀ। ਉਹਨੇ ਜਦੋਂ ਇੱਥੇ ਕੋਲੋਨਾਈਜ਼ਰ ਆਏ ਇੰਗਲੈਂਡ ਤੋਂ, ਫਰਾਂਸ ਤੋਂ, ਸਪੇਨ ਤੋਂ ਵੀ, ਮੇਨਲੀ ਫਰਮ ਇੰਗਲੈਂਡ, ਉਹਨਾਂ ਨੇ ਜੋ ਟੇਕ ਓਵਰ ਕਰ ਲਿਆ ਸਾਰਾ ਕੁਝ। ਉਹ ਚਾਹੁੰਦੇ ਸੀਗੇ ਵੀ ਜਿਹੜੀ ਇੱਥੇ ਦੀ ਆਬਾਦੀ ਆ, ਇੱਥੋਂ ਜਿਹੜੇ ਕਾਨੂੰਨ ਨੇ, ਇੱਥੋਂ ਜਿਹੜਾ ਸੱਭਿਆਚਾਰ ਆ, ਉਹ ਸਿਰਫ ਉਵੇਂ ਦੇ ਉਵੇਂ ਹੋਵੇ ਜਿਵੇਂ ਬ੍ਰਿਟਿਸ਼ ਸਰਕਾਰ ਕਰਦੀ ਜਾਂ ਬ੍ਰਿਟਿਸ਼ ਕਲਚਰ ਸੀਗਾ। ਉਹਦੇ ਵਿੱਚ ਜਦੋਂ ਰੰਗਦਾਰ ਲੋਕ ਆਉਣ ਲੱਗੇ ਤਾਂ ਉਹਨਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਉਹ ਟੋਲਰੇਟ ਨਹੀਂ ਹੁੰਦਾ ਸੀ, ਹਜਮ ਨਹੀਂ ਸੀ ਹੁੰਦਾ ਉਹ। ਸੋ ਇੱਥੇ ਆ ਕੇ ਜਦੋਂ ਫਿਰ ਸਾਡੇ ਪਹਿਲੇ ਜਿਹੜੇ ਪਾਇਨੀਅਰ, ਸਾਡੇ ਬਜ਼ੁਰਗ ਆਏ ਸਾਡੇ, ਉਹਨਾਂ ਨੇ ਆ ਕੇ ਜੋ ਦੇਖਿਆ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਸੀ, ਉਹਨਾਂ ਨਾਲ ਜਿਹੜਾ ਵਿਤਕਰਾ ਜਿਵੇਂ ਹੁੰਦਾ ਸੀਗਾ, ਉਹ ਹਿਸਟਰੀ ਪੜ੍ਹਨ ਵਾਲੀ ਆ। ਸੋ ਜਿੰਨੇ ਵੱਧ ਤੋਂ ਵੱਧ ਲੋਕ ਪੜ੍ਹ ਸਕਣ, ਉਹ ਬੜੀ ਆਈ ਓਪਨਿੰਗ ਆ ਉਹ। 1907 ਦੇ ਵਿੱਚ ਉਹ ਜਿਹੜੇ ਇੱਥੋਂ ਦੀ ਸਰਕਾਰ ਸੀਗੀ, ਉਹਨਾਂ ਨੂੰ ਇੰਨਾ ਖਤਰਾ ਪੈਦਾ ਹੋ ਗਿਆ ਵੀ ਕਿਤੇ ਰੰਗਦਾਰ ਲੋਕ ਸਾਡੇ ਬਰਾਬਰ ਨਾ ਆ ਜਾਣ, ਸਾਡੇ ਕੋਲ ਵੋਟ ਪਾਉਣ ਦਾ ਹੱਕ ਖੋਹ ਲਿਆ। ਤੇ ਉਹ 1907 ਦਾ ਵੋਟ ਪਾਉਣ ਦਾ ਹੱਕ ਖੋਹਣ ਤੋਂ ਮਗਰੋਂ 1947 20 ਅਪ੍ਰੈਲ ਨੂੰ ਸਾਨੂੰ 40 ਸਾਲ ਬਾਅਦ ਉਹ ਜਾ ਕੇ ਵੋਟ ਪਾਉਣ ਦਾ ਹੱਕ ਮਿਲਿਆ। ਉਹਦੇ ਦੌਰਾਨ ਹੀ ਕਾਮਾਗਾਟਾ ਮਾਰੂ ਦਾ ਇਤਿਹਾਸ ਹੋਇਆ। ਜਿਹੜਾ ਵੋਟ ਪਾਉਣ ਦਾ ਸਾਨੂੰ ਹੱਕ ਮਿਲਿਆ ਉਹ ਆਪਣੇ ਆਪ ਨਹੀਂ ਸੀ ਹੋਇਆ। ਜਿਹੜੇ ਸਾਡੇ ਗਦਰੀ ਬਾਬੇ ਸੀ, ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਦੀ ਇੰਨੀ ਜ਼ਿਆਦਾ ਸਟਰਗਲ, ਇੰਨੀ ਘਾਲਣਾ ਉਹਨਾਂ ਦੀ ਸੀਗੀ ਉਹ, ਜਿਨ੍ਹਾਂ ਦੇ ਸਦਕਾ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਕਿਉਂਕਿ ਸਾਡੇ ਲੋਕਾਂ ਨੂੰ ਨਾ ਤਾਂ ਜਿਹੜੇ ਸੀਗੇ ਡਾਕਟਰੀ, ਲਾਅ, ਮੈਡੀਸਨ, ਐਕੈਡਮੀਆ, ਕਿਸੇ ਵਿੱਚ ਵੀ ਜਾਣ ਦਾ, ਜਿਹੜਾ ਅਕਾਊਂਟੈਂਟ ਸੀ ਜਾਂ ਹੱਕ ਨਹੀਂ ਸੀ ਹੁੰਦਾ। ਉਹ ਜਦੋਂ ਸੰਘਰਸ਼ ਕਰਕੇ ਜਿਹੜੇ ਇੱਥੋਂ ਦੀ ਲੇਬਰ ਯੂਨੀਅਨਸ ਹੁੰਦੀਆਂ ਸੀਗੀਆਂ, ਉਹਨਾਂ ਦੀ ਬਹੁਤ ਵੱਡੀ ਦੇਣ ਆ, ਸਪੈਸ਼ਲੀ ਇੰਟਰਨੈਸ਼ਨਲ ਵੁੱਡ ਵਰਕਰਸ ਆਫ ਅਮਰੀਕਾ। ਉਹਨਾਂ ਨੇ ਵਿੱਚ ਲੋਕਾਂ ਦਾ ਜਿਹੜਾ ਬਾਂਹ ਫੜੀ ਤਾਂ ਅੱਜ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ। ਫਿਰ ਹੌਲੀ ਹੌਲੀ ਤਰੱਕੀ ਕੀਤੀ ਹੈ ਨਾ। ਇਸ ਤਰ੍ਹਾਂ ਹੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਪਹਿਲੇ ਇੱਥੇ ਸੀਗੇ ਮੇਅਰ ਬਣੇ ਸੀਗੇ ਮਿਸ਼ਨ ਸ਼ਹਿਰ ਦੇ, ਮਿਸਟਰ ਗਰੇਵਾਲ, ਨਰਿੰਦਰ ਸਿੰਘ ਗਰੇਵਾਲ, ਉਦੋਂ ਹੋਏ ਸੀਗੇ ਉਹ। ਉਸ ਤੋਂ ਬਾਅਦ ਫਿਰ ਗੈਪ ਆ ਗਿਆ ਕਾਫੀ। ਫਿਰ 70s ਦੇ ਵਿੱਚ ਸਾਡੇ ਜਿਹੜੇ ਲੋਕ ਕਾਫੀ ਇੱਥੇ ਆਏ ਸੀ, ਸਟੂਡੈਂਟ, ਅਸੀਂ ਵੀ ਉਦੋਂ ਹੀ ਆਏ ਸੀਗੇ ਜਦੋਂ ਯੰਗ ਆਏ ਸੀ। ਉਹ ਫਿਰ ਹੌਲੀ ਹੌਲੀ ਉਹਨਾਂ ਨੇ ਜੋ ਦੇਖਿਆ, ਖਾਸ ਕਰਕੇ ਜਿਹੜੇ ਇੰਡੀਆ ਦੇ ਵਿੱਚ ਕਿਸੇ ਨਾ ਕਿਸੇ ਸਟਰਗਲ ਦੇ ਵਿੱਚ ਇਨਵੋਲਵ ਸੀ, ਇੱਥੇ ਆ ਕੇ ਵੀ ਹੋ ਗਏ ਉਹ। ਇਸੇ ਤਰ੍ਹਾਂ ਹੀ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਮੇਰੇ ਆਪਣੇ ਸਾਥੀਆਂ ਨੂੰ ਮਿਲਿਆ। ਉਹਨਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਨਾਲ ਦੇਖਿਆ ਵੀ ਇੱਥੇ ਬੜਾ ਵਿਤਕਰਾ ਹੁੰਦਾ, ਲੋਕ ਖੇਤਾਂ ਵਿੱਚ ਕੰਮ ਕਰਦੇ ਸੀ, ਕੰਮ ਕਰਨ ਵਾਲਿਆਂ ਦੇ ਉੱਤੇ ਜਿਹੜਾ ਲਾਅ ਸੀ, ਕਾਨੂੰਨ ਸੀ, ਉਹ ਲਾਗੂ ਨਹੀਂ ਸੀ ਹੁੰਦੇ ਉਹਨਾਂ ਨੂੰ। ਕਦੋਂ ਲੈਂਡ ਕੀਤਾ ਕੈਨੇਡਾ? ਮੈਂ ਇੱਥੇ ਆਇਆ ਸੀਗਾ ਜੀ 20 ਜਨਵਰੀ 1973 'ਚ। ਕਿੰਨੀ ਉਮਰ ਸੀ ਉਦੋਂ? ਮੈਂ 21 ਕੁ ਦਾ ਹੋਣ ਵਾਲਾ ਸੀ। ਤੇ ਆਉਂਦੇ ਤੁਹਾਨੂੰ ਇੰਨੀ ਸੂਝ ਸੀ ਵੀ ਤੁਸੀਂ ਨਸਲੀ ਵਿਤਕਰੇ ਦੀ ਤੁਹਾਡੇ ਮਨ ਤੇ ਚੋਟ ਲੱਗ ਗਈ? ਉਹ ਜਦੋਂ ਦੇਖਿਆ ਲੋਕਾਂ ਨੂੰ, ਹਨਾ, ਮੇਰੀ ਤਾਂ ਸਕੀਮ ਤਾਂ ਇਹੀ ਸੀ ਵੀ ਮੈਂ ਵੀ ਇੱਥੇ ਲਾਅ ਸਕੂਲ ਜਾਵਾਂ, ਮੇਰੇ ਦੋਨੋਂ ਬ੍ਰਦਰ ਲਾਇਰਸ ਨੇ, ਇਹ ਡ੍ਰੀਮ ਲੈ ਕੇ ਆਏ। ਹਾਂ, ਵੀ ਜਿਵੇਂ ਬਾਕੀ ਸਾਰੇ ਕਰਦੇ ਹੁੰਦੇ ਆ ਨਾ। ਪਰ ਜਦੋਂ ਇੱਥੇ ਆ ਕੇ ਇਹੋ ਜਿਹਾ ਕੁਛ ਹੁੰਦਾ ਦੇਖਿਆ, ਫਿਰ ਮੇਰੀ ਜਿਹੜੀ ਸੀਗੀ ਇੰਟਰੋਡਕਸ਼ਨ ਪਰੇਸ਼ਾਨ ਹੋ ਗਈ ਕੁਛ ਪ੍ਰੋਫੈਸਰਾਂ ਨਾਲ ਇੱਥੇ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ, ਡਾਕਟਰ ਹਰੀ ਸ਼ਰਮਾ, ਡਾਕਟਰ ਚਿਨ ਬੈਨਰਜੀ। ਉਹਨਾਂ ਦੇ ਰਾਹੀਂ ਫਿਰ ਅਸੀਂ ਦੇਖਿਆ ਵੀ ਇੱਥੇ ਬੈਠ ਕੇ ਡਿਬੇਟ ਕਰਦੇ ਸੀ, ਡਿਸਕਸ਼ਨ ਕਰਦੇ ਸੀ ਕਿ ਵੀ ਕੀ ਹੋਣਾ ਚਾਹੀਦਾ।
ਅਸੀਂ ਉਹ ਦੇਖਿਆ ਜਿਹੜਾ ਗੈਪ ਸੀ ਲੋਕਾਂ ਦੇ ਨਾਲ, ਜਿਹੜਾ ਵਿਤਕਰਾ ਹੁੰਦਾ ਸੀਗਾ, ਵੀ ਇਹਦੇ ਬਾਰੇ ਕੁਛ ਨਾ ਕੁਛ ਕਰਨਾ ਚਾਹੀਦਾ। ਓਕੇ। ਸੋ ਐਜ਼ ਅ ਰਿਜ਼ਲਟ ਆਫ ਦੈਟ ਅਸੀਂ ਉਹ ਜਿਹੜੇ ਖੇਤ ਮਜ਼ਦੂਰਾਂ ਨੂੰ ਅਪਰੋਚ ਕੀਤਾ, ਉਹਨਾਂ ਨੂੰ ਵੀ ਆਪਾਂ ਜਥੇਬੰਦ ਕਰੀਏ। ਫਾਰਮਰ ਵਰਕਰ ਯੂਨੀਅਨ ਚ ਹਾਂ, ਤੁਸੀਂ ਕੰਮ ਫਾਰਮ ਕੀਤਾ। ਵਰਕਰ, ਕੈਨੇਡੀਅਨ ਫਾਰਮ ਵਰਕਰਸ ਯੂਨੀਅਨ ਬਣਾਈ ਸੀ ਅਸੀਂ 1980 ਚ, 79 ਸ਼ੁਰੂ ਕੀਤੀ, ਲੇਕਿਨ ਉੱਥੇ ਤੱਕ ਪਹੁੰਚਣ ਨੂੰ ਸਾਨੂੰ 5-6 ਸਾਲ ਲੱਗੇ Mobilize ਕਰਨ ਲਈ, ਮੋਬਿਲਾਈਜ਼ ਤਿਆਰ ਕਰਨ ਲਈ, ਕਿਉਂਕਿ ਲੋਕਾਂ ਦੇ ਮਨਾਂ ਵਿੱਚ ਡਰ ਇੰਨਾ ਸੀ ਵੀ ਜੇ ਤੁਸੀਂ ਯੂਨੀਅਨ ਨਾਲ ਗੱਲ ਕੀਤੀ ਜਾਂ ਕਿਸੇ ਨਾਲ, ਤੁਹਾਨੂੰ ਡਿਪੋਰਟ ਕਰ ਦੇਣਗੇ। ਓਕੇ। ਜਿਹੜੇ ਹੁਣ ਬਜ਼ੁਰਗ ਕੰਮ ਕਰਦੇ ਸੀ, ਸੋ ਬਹੁਤ ਡਰ ਸੀ ਉਹਨਾਂ ਦੇ ਮਨਾਂ ਦੇ ਵਿੱਚ। ਉਸ ਕਰਕੇ ਹੌਲੀ ਹੌਲੀ ਜਦੋਂ ਉਸ ਤੱਕ ਪਹੁੰਚੇ ਤਾਂ ਇਟ ਵਾਜ਼ ਦ ਫਰਸਟ ਯੂਨੀਅਨ ਇਨ ਦ ਹਿਸਟਰੀ ਆਫ ਕੈਨੇਡਾ ਜਿਹਨੇ ਕਿਸੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦਾ ਫਾਊਂਡਿੰਗ ਪ੍ਰੈਜ਼ੀਡੈਂਟ ਮੈਂ ਆ। ਤੁਸੀਂ ਹੈਡ ਕੀਤਾ। ਹਾਂਜੀ। ਤੇ ਫਿਰ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮੈਂ ਫਿਰ ਪਿੱਛੇ ਕਰਨਾ ਚਾਹੁੰਦਾ, ਤੁਸੀਂ ਇਹ ਟ੍ਰੇਡ ਯੂਨੀਅਨ ਚ ਕਿਵੇਂ ਆਏ? ਇੰਡੀਆ ਚ ਵੀ ਕੋਈ ਇਦਾਂ ਦੀ ਬੈਕਗ੍ਰਾਉਂਡ ਸੀ ਤੁਹਾਡੀ? ਉੱਥੇ ਇੰਡੀਆ ਵਿੱਚ ਮੇਰੀ ਜਿਹੜੀ ਸੀਗੀ ਕਾਲਜ ਦੇ ਵਿੱਚ ਸਟੂਡੈਂਟ ਯੂਨੀਅਨ ਮੂਵਮੈਂਟ ਦੇ ਵਿੱਚ ਸੀਗੀ, ਹੈ ਨਾ, ਲੇਕਿਨ ਜ਼ਿਆਦਾਤਰ ਮੇਰੀ ਜਿਹੜੀ ਅਵੇਅਰਨੈਸ ਇੱਥੇ ਆ ਕੇ ਹੋਈ। ਇੱਥੇ ਫਿਰ ਮੈਂ ਇੱਥੇ ਆ ਕੇ ਹੋਈ। ਹਾਂ, ਤੇ ਇੱਥੇ ਜਦੋਂ ਆ ਕੇ ਦੇਖਿਆ ਵੀ ਇੱਥੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ, ਕਿਸ ਲੈਵਲ ਤੇ ਹੁੰਦਾ, ਕੀ ਹੋ ਰਿਹਾ, ਸਾਰਾ ਕੁਝ, ਦੈਨ ਵੀ ਥਾਟ ਕਿ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਹਦੇ ਬਾਰੇ, ਹੈ ਨਾ। ਤੇ ਫਿਰ ਉਹ ਹੌਲੀ ਹੌਲੀ ਅਸੀਂ ਲੋਕਾਂ ਨੂੰ ਮੋਬਿਲਾਈਜ਼ ਕਰਦੇ ਰਹੇ। ਬਾਕੀ ਟ੍ਰੇਡ ਯੂਨੀਅਨ ਵੀ ਨਾਲ ਰਲ ਗਈਆਂ, ਉਹਨਾਂ ਦੀ ਬਹੁਤ ਵੱਡੀ ਸਪੋਰਟ ਸੀ, ਬਹੁਤ ਵੱਡੀ ਦੇਣ ਸੀ ਉਹਨਾਂ ਦੀ ਉਹ। ਤੇ ਫਿਰ ਅਸੀਂ ਜਦੋਂ ਯੂਨੀਅਨ ਬਣਾਈ, ਉਦੋਂ ਬਾਅਦ ਫਿਰ ਜੋ ਨਾਲ ਦੀ ਨਾਲ ਜਿਹੜਾ ਨਸਲਵਾਦ ਦਾ ਇਸ਼ੂ ਸੀਗਾ ਨਾ, ਤੇ ਉਹ ਬਹੁਤ ਵੱਡਾ ਸੀਗਾ ਉਹ। ਹਾਂ ਸਾਹਿਬ, ਮੈਨੂੰ ਤਾਂ ਹੁਣ ਯਾਦ ਆਇਆ, ਤੁਹਾਨੂੰ ਇਕੱਲਿਆਂ ਨੂੰ ਪਾਰਕ 'ਚ ਲਾਇਆ ਰਹੇ, ਤੁਹਾਡੀ ਸਿਕਿਉਰਿਟੀ ਨਹੀਂ ਦਿਸ ਰਹੀ ਕਿਤੇ। ਸਿਕਿਉਰਿਟੀ ਮੇਰੇ ਇਹ ਬਸ ਤੁਸੀਂ ਭੈਣ ਭਰਾ ਜਿਹੜੇ ਸਾਰੇ ਉਹੀ ਸਿਕਿਉਰਿਟੀ ਆ। ਕੈਨੇਡਾ ਦੇ ਵਿੱਚ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਜਿਹੜਾ ਸਾਡਾ ਇੱਥੋਂ ਦਾ ਡੈਮੋਕ੍ਰੈਟਿਕ ਸਿਸਟਮ ਹੈ ਨਾ, ਇਹਦੇ ਵਿੱਚ ਆਮ ਅਸੀਂ ਪਬਲਿਕ ਵਿੱਚ ਜਾ ਕੇ ਖੁੱਲ੍ਹੇ ਤੌਰ 'ਤੇ ਜਿਹਨੂੰ ਮਿਲਣਾ, ਲੋਕ ਸਾਨੂੰ ਆ ਕੇ ਮਿਲ ਸਕਦੇ ਆ। ਕੋਈ ਇਸ ਤਰ੍ਹਾਂ ਦਾ ਸਿਸਟਮ ਜਿਹਦੇ ਵਿੱਚ ਸਾਡੇ ਲਈ ਐਕਸਟਰਾ ਸਿਕਿਉਰਿਟੀ ਆ ਜਾਂ ਮੈਨੂੰ ਕੋਈ ਪ੍ਰੋਟੈਕਟ ਕਰਨ ਵਾਲੇ ਵਾਸਤੇ। ਸਾਨੂੰ ਤੇ ਆਦਤ ਪਈ, ਸਵਾਦ ਨਹੀਂ ਆ ਰਿਹਾ, ਪਿੱਛੇ ਦਗੜ ਦਗੜ ਹੁੰਦੀ ਹੋਵੇ, ਕੂੰ ਕੂੰ ਹੁੰਦੀ ਹੋਵੇ, ਸਟ੍ਰੇਨ ਕਰਨ ਵਾਲੇ ਖੜੇ ਹੋਣ, ਹੈਨਾ, ਤੇ ਕੋਈ ਵੀ ਤੁਹਾਨੂੰ ਸਿਕਿਉਰਿਟੀ ਵਾਲਾ ਨਹੀਂ ਮਿਲਿਆ? ਕੋਈ ਸਿਕਿਉਰਿਟੀ ਦੇ ਕੋਈ ਖਤਰਾ ਨਹੀਂ? ਕੋਈ ਖਤਰਾ ਨਹੀਂ ਗਾ। ਜਾਂ ਸਿਕਿਉਰਿਟੀ ਜੇ ਅਸੀਂ ਚਾਹੀਏ ਤਾਂ ਮਿਲ ਸਕਦੀ ਆ, ਪਰ ਉਹਦੀ ਜ਼ਰੂਰਤ ਨਹੀਂ ਗੀ। ਜੇ ਚਾਹੀਏ ਤਾਂ ਮਿਲ ਸਕਦੀ, ਹਾਂ, ਪਰ ਉਹ ਲੋੜ ਨਹੀਂ ਗੀ ਉਹਦੀ। ਪਰ ਤੁਸੀਂ 5 ਵਾਰੀ ਲਗਾਤਾਰ 2005 ਤੋਂ ਲੈ ਕੇ ਅੱਜ ਤੱਕ ਇੱਕੋ ਹਲਕੇ 'ਚੋਂ ਜਿੱਤਦੇ ਆ ਰਹੇ ਜੇ ਵਿਧਾਇਕ, ਤੇ ਕਿਸੇ ਨਾਲ ਦੁਸ਼ਮਣੀ ਨਹੀਂ ਪਈ ਇੰਨੇ ਸਾਲਾਂ 'ਚ? ਹਜੇ ਤੱਕ ਤਾਂ ਇਹੀ ਆ ਖੁਸ਼ਕਿਸਮਤੀ ਕਿ ਲੋਕਾਂ ਦੇ ਵਿੱਚ ਜੋ ਜਾਈਦਾ, ਲੋਕ ਬੜਾ ਪਿਆਰ ਕਰਦੇ ਨੇ, ਬੜਾ ਸਤਿਕਾਰ ਕਰਦੇ ਨੇ। ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾਈਦਾ, ਪਾਰਕਾਂ ਵਿੱਚ ਵੀ ਮਿਲੀਦਾ। ਉਹ ਹਜੇ ਤੱਕ ਟੱਚਵੁੱਡ ਠੀਕ ਆ। ਮੈਨੂੰ ਤੇ ਹੈਰਾਨੀ ਹੋ ਰਹੀ ਨਾ, ਸਾਨੂੰ ਆਦਤਾਂ ਉਹ ਪਈਆਂ। ਤੁਸੀਂ ਸਾਨੂੰ ਰੈਸਟੋਰੈਂਟ 'ਚ ਲੈ ਕੇ ਗਏ, ਲੰਚ ਕਰਵਾਇਆ, ਉੱਥੇ ਵੀ ਤੁਹਾਨੂੰ ਕੋਈ ਮਿਲਣ ਆਇਆ ਹੀ ਨਹੀਂ। ਵੇਟਰ ਵੀ ਆਉਂਦੀ ਸੀ, ਬਸ ਆਰਡਰ ਲੈ ਕੇ ਚੱਲ ਜਾਂਦੀ ਸੀ। ਨਹੀਂ, ਇੱਥੇ ਜਿਹੜੇ ਆਮ ਜਿਹੜੀ ਪਬਲਿਕ ਆ ਨਾ, ਉਹਨਾਂ ਦੇ ਜਦੋਂ ਇਸ਼ੂ ਹੁੰਦੇ ਨੇ ਕੋਈ ਹੈਲਥ ਕੇਅਰ ਦਾ ਜਾਂ ਉਹਨਾਂ ਦੇ ਹਾਊਸਿੰਗ ਦਾ ਜਾਂ ਕੁਛ, ਦੇ ਕਮ ਟੂ ਆਰ ਆਫਿਸ, ਸਿੱਧੇ ਆਉਂਦੇ ਨੇ ਆਫਿਸ ਦੇ ਵਿੱਚ, ਸਟਾਫ ਨਾਲ ਗੱਲ ਕਰ ਲੈਂਦੇ ਨੇ। ਉਹਨਾਂ ਦੀ ਫਾਈਲ ਨੂੰ ਅਸੀਂ ਫਾਰਵਰਡ ਕਰਕੇ ਜਾਂ ਜੋ ਵੀ ਸਟੈਪ ਕਰਨੇ ਹੁੰਦੇ ਕਰ ਲਈਦੇ ਆ ਉਹ। ਅਦਰਵਾਈਜ਼ ਨੋਬਡੀ ਬਾਦਰਸ। ਤੇ ਅੱਜ ਡਰਾਈਵਰ ਛੁੱਟੀ ਤੇ ਤੁਹਾਡਾ? ਸਾਨੂੰ ਗੱਡੀ ਵੀ ਤੁਸੀਂ ਖੁਦ ਚਲਾ ਕੇ ਲੈ ਕੇ ਆਏ ਜੀ। ਆਈ ਵਾਸ ਹੈਪੀ ਕਿ ਤੁਸੀਂ ਮੇਰੇ ਨਾਲ ਬੈਠ ਕੇ ਆਏ। ਇਹ ਤਾਂ ਬੜੀ ਡਰਾਈਵਰ ਹੈਗਾ ਵੈਸੇ ਮਿਲਿਆ? ਮੈਂ ਕਦੇ ਨਹੀਂ ਡਰਾਈਵਰ ਲਿਆ। ਪੀਸੀ ਵਿਧਾਨ ਸਭਾ ਦੇ ਸਪੀਕਰ ਨੂੰ ਡਰਾਈਵਰ ਵੀ ਨਹੀਂ ਮਿਲਿਆ ਜੀ? ਨਹੀਂ, ਲੋੜ ਹੀ ਨਹੀਂ ਪਈ ਹੈਗੀ, ਨਾ ਡਰਾਈਵਰ ਦੀ, ਨਾ ਸਿਕਿਉਰਿਟੀ ਦੀ, ਨਾ ਹੀ ਉੱਥੇ ਜਿਹੜੇ ਆਪਾਂ ਨੇ ਮਿਲਦੇ ਹੁੰਦੇ ਨੇ, ਕੀ ਹੁੰਦੇ ਜਿਹੜੇ ਉਹ ਮਹੱਲ ਬੰਗਲੇ, ਚੰਡੀਗੜ੍ਹ ਬੰਗਲੇ ਮਿਲਦੇ ਆ, ਉਹ ਸਾਡੇ ਕੋਲ ਨਹੀਂ ਹੁੰਦੇ ਹੈਗੇ। ਨਹੀਂ, ਵਿਕਟੋਰੀਆ ਤੁਹਾਡੇ ਕੋਲ, ਉਹਨੂੰ ਤੁਹਾਨੂੰ ਕੋਈ ਅਲਾਟ ਨਹੀਂ ਹੋਇਆ? ਹੁੰਦੇ ਹੀ ਨਹੀਂ ਸਾਡੇ ਕੋਲ। ਫਿਰ ਜਦੋਂ ਵਿਧਾਨ ਸਭਾ ਚੱਲਦੀ ਹੈ ਫਿਰ ਉਦੋਂ ਅਸੀਂ ਹੋਟਲ 'ਚ, ਬਸ ਜਦੋਂ ਉਹ ਵਿਧਾਨ ਸਭਾ ਚੱਲਦੀ ਹੈ ਅਸੀਂ ਐਤਵਾਰ ਨੂੰ ਸ਼ਾਮ ਨੂੰ ਉੱਥੇ ਚਲੇ ਜਾਈਦਾ, ਤੇ ਥਰਸਡੇ ਸ਼ਾਮ ਨੂੰ ਘਰੇ ਮੁੜ ਜਾਈਦਾ। ਤੇ ਚੌਹਾਨ ਸਾਹਿਬ, ਲੱਗਦਾ ਨਹੀਂ ਜਦੋਂ ਤੁਸੀਂ ਪੰਜਾਬ ਵੱਲ ਝਾਤੀ ਮਾਰਦੇ ਰਹੇ, ਪੰਜਾਬ ਦੇ ਸਪੀਕਰ, ਪੰਜਾਬ ਦੇ ਮੰਤਰੀ, ਆਪਣੇ ਕੁਲਤਾਰ ਸਿੰਘ ਸੰਧਵਾ ਦੇ ਤੁਹਾਡੇ ਮਿੱਤਰ ਵੀ ਨੇ, ਵੀ ਯਾਰ ਉਹ ਤੇ ਬੜਾ ਵਧੀਆ ਮਾਹੌਲ ਹੁੰਦਾ ਉਹਨਾਂ ਦਾ? ਅਸੀਂ ਕਈ ਵਾਰੀ ਹੱਸਦੇ ਹੁੰਦੇ ਆ ਵੀ ਜਨਰਲ ਪੋਲੀਟੀਸ਼ੀਅਨ ਬਣੇ ਤੇ ਇੰਡੀਆ ਬਣੇ। ਇਹ ਤੇ ਮੰਨਦੇ ਨੇ ਨਾ। ਨਹੀਂ, ਇੱਥੇ ਤਾਂ ਨਾ ਆਮ ਤੌਰ ਤੇ ਜਿਹੜੇ ਹੁੰਦਾ ਤੁਹਾਡੀ ਸੇਵਾ ਭਾਵਨਾ ਹੁੰਦੀ ਆ ਜੀ। ਆਈ ਵਾਂਟ ਟੂ ਡੂ ਸਮਥਿੰਗ ਫਾਰ ਮਾਈ ਕਮਿਊਨਿਟੀ। ਕਿਆ ਬਾਤ, ਇਹੀ ਹੁੰਦਾ ਹੈ ਅਸਲ 'ਚ ਤੇ ਡੈਫੀਨੇਸ਼ਨ ਇੱਕ ਪੋਲੀਟੀਸ਼ੀਅਨ ਦੀ ਇਹੀ ਹੈ, ਲੋਕਾਂ ਦੀ ਆਵਾਜ਼ ਸੁਣਨੀ, ਲੋਕਾਂ ਦੀ ਆਵਾਜ਼ ਬਣਨਾ, ਲੋਕਾਂ ਦੀ ਸੇਵਾ ਕਰਨੀ।
ਕੋਸ਼ਿਸ਼ ਇਹੀ ਹਮੇਸ਼ਾ ਕਰੀਦੀ ਹੈ ਕਿ ਜਿਹੜੇ ਕਮਿਊਨਿਟੀ ਦੇ ਇਸ਼ੂ ਨੇ ਜਾਂ ਕਮਿਊਨਿਟੀ ਦੇ ਨੀਡਸ ਨੇ ਉਹ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਕੀ ਬਾਤ ਹੈ। ਹੈ ਨਾ। ਸੋ ਉਹ ਕਰਦੇ ਵੀ ਆ। ਹੁਣ ਜਿਵੇਂ ਫਰਜ਼ ਕਰੋ ਮੇਰੀ ਕਮਿਊਨਿਟੀ ਦੇ ਵਿੱਚ ਸਾਨੂੰ ਹਸਪਤਾਲ ਚਾਹੀਦਾ ਸੀਗਾ। ਆਈ worked on that for a long time. Finally we got a new hospital. ਸਕੂਲ ਚਾਹੀਦਾ ਜਾਂ ਉੱਥੇ ਸਾਨੂੰ ਕੋਈ ਹੋਰ ਸੀਨੀਅਰ ਸੈਂਟਰ ਚਾਹੀਦੇ ਨੇ। ਉਹ ਉਸ ਤਰੀਕੇ ਦੇ ਨਾਲ ਉਹਨਾਂ ਦੀ ਗੱਲਬਾਤ ਸੁਣ ਕੇ ਉਹਨਾਂ ਨੂੰ ਉੱਪਰ ਲੈ ਕੇ ਜਾਈਦਾ, ਉਹਨਾਂ ਨੂੰ ਡੂ ਇਟ। ਤੇ ਇੱਕ ਤੁਸੀਂ ਪੰਜਾਬ ਵਿਧਾਨ ਸਭਾ ਜਾਂ ਹੋਰ ਵੀ ਭਾਰਤ ਦੀਆਂ ਵਿਧਾਨ ਸਭਾਵਾਂ ਨੂੰ ਸੁਣਦੇ ਦੇਖਿਆ ਹੋਊਗਾ। ਵਿਕਟੋਰੀਆ ਦੀ ਤੁਹਾਡੀ ਜਿਹੜੀ ਹੈ ਵਿਧਾਨ ਸਭਾ ਤੇ ਉਹਦੇ ਵਿੱਚ ਕੀ ਫਰਕ ਹੈ, ਕਿੱਦਾਂ ਦੀ ਪ੍ਰਕਿਰਿਆ ਹੈ? ਮੈਨੂੰ ਜ਼ਿਆਦਾ ਇੰਡੀਆ ਦੀ ਪੋਲਿਟਿਕਸ ਦਾ ਬੜਾ ਪਤਾ ਨਹੀਂ ਗਾ, ਲੇਕਿਨ ਫਰਕ ਇੱਥੇ ਹੈ ਵੀ ਜਿਹੜਾ ਸਾਡਾ ਸਿਸਟਮ ਵੈਰੀ ਓਪਨ। ਓਕੇ। ਉਹਦੇ 'ਚ ਕੋਈ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਨਹੀਂ ਗਈ। ਦੂਜੀ ਗੱਲ ਇਹ ਹੈ ਵੀ ਜਦੋਂ ਅਸੀਂ ਕੋਈ ਫਰਜ਼ ਕਰੋ ਜਦੋਂ ਸੈਸ਼ਨ ਸ਼ੁਰੂ ਹੁੰਦਾ ਉਹਦਾ ਕੋਈ ਬਿੱਲ ਪਾਸ ਕਰਨਾ, ਉਹ ਚਾਹੇ 1 ਪੇਜ ਦਾ ਹੋਵੇ ਚਾਹੇ 100 ਪੇਜ ਦਾ ਹੋਵੇ, ਉਹਦੀ ਡਿਬੇਟ ਪੁਆਇੰਟ ਬਾਈ ਪੁਆਇੰਟ, ਵਰਡ ਬਾਈ ਵਰਡ ਉਹ ਸਾਰੀ ਉਹ ਹੁੰਦੀ ਆ। ਉਹਨੂੰ ਇਟ ਕੁਡ ਟੇਕ। ਡਿਬੇਟ 'ਚ ਗਾਲਾਂ ਕਿੰਨੀਆਂ ਕਿ ਨਿਕਲਦੀਆਂ? ਸਭ ਕੁਝ ਚੱਲਦਾ। ਗਾਲਾਂ ਵੀ ਚੱਲਦੀਆਂ? ਨਹੀਂ, ਗਾਲਾਂ ਨਹੀਂ, ਮਤਲਬ ਕ੍ਰਿਟਿਸਿਜ਼ਮ ਤਾਂ ਹੁੰਦਾ ਉਹਦਾ, ਉਹਦੀ ਅਮੈਂਡਮੈਂਟ ਵੀ ਹੁੰਦੀ ਆ ਤੇ ਉਹਦੀ ਆਪੋਜੀਸ਼ਨ ਵੀ ਹੁੰਦੀ ਆ, ਖੁੱਲੀ ਬਹਿਸ ਹੁੰਦੀ ਆ। ਉਹਨੂੰ ਕਈ ਵਾਰੀ ਹਫਤਾ ਲੱਗ ਜਾਂਦਾ। ਉਹ ਮੈਂ ਸੁਣਿਆ ਕਈ ਵਾਰ ਬਿੱਲ ਤੇ ਡਿਬੇਟ ਹਫਤਾ ਹੁੰਦੀ ਲੱਗ ਜਾਂਦਾ। ਹਾਂ, ਪਰ ਅਸੀਂ ਬੜੇ ਮਹਾਨ ਹੈ, ਸਾਡੇ ਤੇ 1.5 ਮਿੰਟ 'ਚ ਹੀ ਜੈਸ ਨੋ ਹੋ ਕੇ ਤੇ ਬਿੱਲ ਪਾਸ ਹੋ ਜਾਂਦੇ, ਵੱਡੇ ਬਿੱਲ। ਮੈਂ ਪੰਜਾਬ ਦੇ ਸਪੀਕਰ ਉਹਨਾਂ ਨਾਲ ਗੱਲਾਂ ਕਰਦਾ ਸੀ। ਮੈਂ ਕਿਹਾ ਤੁਹਾਡਾ ਸੈਸ਼ਨ ਕਿੰਨਾ ਲੰਬਾ ਹੁੰਦਾ? ਕਹਿੰਦਾ ਯਾਰ ਪੁੱਛੋ ਹੀ ਨਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਸਾਡਾ ਸੈਸ਼ਨ ਹੁੰਦਾ 3 ਦਿਨਾਂ ਦਾ। ਇਹ ਪਹਿਲੇ ਦਿਨ ਅਸੀਂ ਜਾ ਕੇ ਸ਼ਰਧਾਂਜਲੀਆਂ ਦੇ ਆਉਂਦੇ ਹਾਂ, ਦੂਜੇ ਦਿਨ ਅਸੀਂ ਇੱਕ ਦਿਨ ਲੜ ਪੈਂਦੇ ਹਾਂ, ਤੀਜੇ ਦਿਨ ਅਸੀਂ ਹੱਥ ਖੜਾ ਕਰਕੇ ਸਾਰੇ ਬਿੱਲ ਪਾਸ ਕਰ ਲੈਂਦੇ ਹਾਂ। ਤੇ ਵਿਰੋਧੀ ਧਿਰ ਜਿਹੜੇ ਉਹ ਬਾਈਕਾਟ ਕਰ ਵਾਕਆਊਟ ਕਰ ਜਾਂਦੇ। ਅੱਛਾ, ਇੱਥੇ ਇਦਾਂ ਨਹੀਂ ਚੱਲਦਾ, ਬਾਈਕਾਟ ਨਹੀਂ ਚੱਲਦਾ। ਨੋ, ਪੀਪਲ ਪਾਰਟਿਸਿਪੇਟ। ਉਹ ਜੇ ਉਹ ਥੋੜਾ ਡਿਸਐਗਰੀ ਕਰਦੇ ਨੇ ਉਹਦਾ ਇਟਸ ਔਨ ਦਾ ਰੈਕਰਡ, ਕਿਉਂਕਿ ਸਾਰਾ ਕੁਝ ਜਿੰਨੀ ਡਿਬੇਟ ਹੁੰਦੀ ਆ ਰਿਕਾਰਡਡ ਆ। ਉਹ ਤੁਸੀਂ ਸਾਰੇ ਹੈਂਸਰਡ ਉਹਨੂੰ ਕਹਿੰਦੇ ਆ, ਕੱਢ ਕੇ ਦੇਖ ਸਕਦੇ ਆ ਵੀ ਕਿਹਨੇ ਕੀ ਕਿਹਾ ਸੀ, ਕਦੋਂ ਕਿਹਾ ਸੀ, ਕਿਵੇਂ ਕਿਹਾ ਸੀ, ਜੋ ਸਾਰੇ। ਪਰ ਜਿਹੜਾ ਪੰਜਾਬ ਵਿਧਾਨ ਸਭਾ ਜਾਂ ਹੋਰ ਭਾਰਤ 'ਚ ਉੱਥੇ ਤੇ ਕਈ ਵਾਰੀ ਓਪੋਜੀਸ਼ਨ ਵਾਲੇ ਜਿਹੜੇ ਨੇ ਸਪੀਕਰ ਨੂੰ ਵੀ ਬਹੁਤ ਸਖਤ ਸ਼ਬਦ ਵਰਤ ਦਿੰਦੇ ਨੇ, ਇਹ ਸਰਕਾਰੀ ਆ, ਇਹ ਫਲਾਣਾ। ਇੱਥੇ ਵੀ ਇਦਾਂ ਚੱਲਦਾ? ਨਹੀਂ, ਇੱਥੇ ਇਸ ਤਰ੍ਹਾਂ ਨਹੀਂ ਕਰਦੇ। ਸਪੀਕਰ ਨਾਲ ਜੇ ਤੁਸੀਂ ਉਹਦੀ ਰੂਲਿੰਗ ਹੈ ਚੇਅਰ ਦੀ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਉਹਨਾਂ 'ਚ ਡਿਸਐਗਰੀਮੈਂਟ ਹੁੰਦੇ ਆ, ਦੇ ਕੈਨ ਚੈਲੰਜ ਬਟ ਪ੍ਰੋਪਰਲੀ। ਪਰ ਉਹ ਪਰਸਨਲ ਅਟੈਕ ਕੋਈ ਨਹੀਂ ਕਰ ਸਕਦਾ ਹੈਗਾ, ਨਾ ਕੋਈ ਕਰਦਾ, ਕਿਉਂਕਿ ਜਿਹੜਾ ਸਪੀਕਰ ਆ ਹੀ ਔਰ ਸ਼ੀ ਹੈਜ਼ ਸੁਪਰੀਮ ਪਾਵਰ। ਉਹਦੇ ਵਿੱਚ ਉਹ ਜਦੋਂ ਚਾਹੇ ਚੀਫ ਮਿਨਿਸਟਰ ਹੋਵੇ ਜਾਂ ਕੋਈ, ਜਿੰਨੀ ਦੇਰ ਉਹ ਸਪੀਕਰ ਅਲਾਉ ਨਹੀਂ ਕਰਦਾ, ਦੇ ਕੈਨ ਸਟੈਂਡ ਅਪ ਐਂਡ ਸਪੀਕ। ਓਕੇ। ਸਾਰਾ ਉਹ ਨਹੀਂ, ਹਜੇ ਤਾਂ ਬੜੀ ਰਿਸਪੈਕਟ ਮੇਰੇ ਤਾਂ ਨਾ। ਆਈ ਰੀਅਲੀ ਐਮ ਵੈਰੀ ਫਾਰਚੂਨੇਟ ਕਿ ਜਦੋਂ ਮੈਂ ਸਪੀਕਰ ਬਣਿਆ ਸੀ ਦਸੰਬਰ 2020 ਦੇ ਵਿੱਚ, ਉਦੋਂ ਦਾ ਮੈਨੂੰ ਸਾਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦਾ ਵੀ ਪੂਰਾ ਸਹਿਯੋਗ ਆ। ਓਕੇ। ਲਾਈਕ ਇੱਕ ਉਦੋਂ ਪਹਿਲਾਂ ਸਾਡੇ ਸਪੀਕਰ ਹੁੰਦੇ ਸੀਗੇ, ਉਹਨਾਂ ਦੀ ਬੜੀ ਡਿਫਿਕਲਟੀ ਸੀ। ਆਪੋਜੀਸ਼ਨ ਵਾਲਿਆਂ ਨੂੰ ਉਹਨਾਂ ਨੂੰ ਐਕਸੈਪਟ ਨਹੀਂ ਸੀ ਕੀਤਾ, ਉਹਦੇ ਵਿੱਚ ਉਹ ਕੁਛ ਨਾ ਕੁਛ ਚੱਲਦਾ ਰਹਿੰਦਾ ਸੀ। ਸੋ ਲੱਕੀਲੀ ਹੁਣ ਜਦੋਂ ਦਾ ਮੈਂ ਸਪੀਕਰ ਬਣਿਆ, ਸੋ ਉਹ ਉਹਨਾਂ ਦੀ ਸਰਕਾਰ ਦੇ ਨਾਲ ਜੇ ਡਿਸਐਗਰੀਮੈਂਟ ਹੁੰਦੀ ਵੀ ਆ, ਪਰ ਜੋ ਸਪੀਕਰ ਦੇ ਨਾਲ ਦੇ ਰਿਸਪੈਕਟ ਰੀਅਲੀ ਫੁੱਲੀ, ਉਹ 'ਚ ਕੋਈ ਇਹੋ ਜਿਹੀ ਗੱਲ ਨਹੀਂ। ਸਾਡੇ ਤਾਂ ਇਦਾਂ ਵੀ ਹੋ ਜਾਂਦਾ ਕਈ ਵਾਰੀ, ਜਿਹੜੇ ਸੱਤਾਧਾਰੀ ਵਿਧਾਇਕ ਨੇ ਉਹ ਕਈ ਵਾਰੀ ਸਪੀਕਰ ਨੂੰ ਕਹਿੰਦੇ ਵੀ ਤੁਸੀਂ ਆਪਣਿਆਂ ਨੂੰ ਨਹੀਂ ਸੁਣਦੇ ਜੀ, ਤੁਸੀਂ ਤਾਂ ਵਿਰੋਧੀ ਧਿਰ ਨੂੰ ਜ਼ਿਆਦਾ ਮੌਕਾ ਦਿੰਦੇ ਜੇ। ਇਦਾਂ ਦਾ ਵੀ ਕਿਤੇ ਗੱਲ ਆਉਂਦੀ ਹੈ? ਨਹੀਂ, ਪ੍ਰਾਈਵੇਟਲੀ ਤਾਂ ਕਹਿ ਸਕਦੇ ਆ, ਕਿਉਂਕਿ ਜਿਹੜਾ ਸਪੀਕਰ ਆ ਨਾ, ਹੁਣ ਐਜ਼ ਅ ਸਪੀਕਰ ਆਈ ਐਮ ਨਿਊਟਰਲ। ਮੈਂ ਜਦੋਂ ਵਿਕਟੋਰੀਆ ਵਾ, ਮੇਰੇ ਲਈ ਚਾਹੇ ਉਹ ਸੱਤਾਧਾਰੀ ਹੋਵੇ, ਚਾਹੇ ਆਪੋਜੀਸ਼ਨ ਹੋਵੇ, ਚਾਹੇ ਇੱਕ ਪਾਰਟੀ ਹੋਵੇ, ਦੋ, ਸਾਰੇ ਇੱਕੋ ਜਿਹੇ ਨੇ। ਉਹਦੇ 'ਚ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਉਹਨਾਂ ਸਾਰਿਆਂ ਨੂੰ ਪ੍ਰੋਪਰ ਰਿਸੋਰਸ ਦਿੱਤੇ ਜਾਣ ਤਾਂ ਕਿ ਆਪਦਾ ਪ੍ਰੋਪਰ ਕੰਮ ਕਰ ਸਕਣ। ਉਹ ਕਈ ਵਾਰੀ ਹੱਸਦੇ ਮੈਨੂੰ ਕਹਿੰਦੇ ਤੂੰ ਸਾਡੇ ਤੇ ਬੜਾ ਸਖਤ ਹੋ ਜਾਂਦਾ, ਤੇ ਉਹਨਾਂ ਨਾਲ ਇਹਨਾਂ ਸਖਤ ਨਹੀਂ ਹੁੰਦਾ। ਆ ਜਾਂਦੀ ਗੱਲ, ਕਿਤੇ ਲਾਂਭਾ ਮਿਲਦਾ ਪਰ ਪਿਆਰ ਨਾਲ। ਚਲੋ ਫਿਰ ਮੈਂ ਤੁਹਾਡੇ ਜੀਵਨ ਤੇ ਆਊਂਗਾ। ਫਾਰਮ ਵਰਕਰ ਜਿਹੜੇ ਤੁਸੀਂ ਟ੍ਰੇਡ ਯੂਨੀਅਨ 'ਚ ਕੰਮ ਕੀਤਾ, ਉਹਦੇ 'ਚ ਕੀ ਕੁਛ ਉਦੋਂ ਨਹੀਂ ਸੀ ਤੇ ਕੀ ਕੁਛ ਤੁਹਾਡੇ ਦੌਰਾਨ ਫਿਰ ਸੰਘਰਸ਼ ਦੌਰਾਨ ਮਿਲਿਆ? ਜਦੋਂ ਅਸੀਂ ਕੈਨੇਡੀਅਨ ਫਾਰਮ ਵਰਕਰ ਯੂਨੀਅਨ ਬਣਾਈ ਨਾ, ਉਦੋਂ ਪਹਿਲਾਂ ਸਾਨੂੰ ਪਤਾ ਸੀ ਵੀ ਇਸ਼ੂ ਕੀ ਨੇ। ਇਸ਼ੂ ਇੱਕ ਤਾਂ ਸੀਗਾ ਹੈਲਥ ਐਂਡ ਸੇਫਟੀ ਦਾ। ਜਦੋਂ ਉਹ ਖੇਤਾਂ ਦੇ ਵਿੱਚ ਕੰਮ ਕਰਨ ਜਾਂਦੇ ਸੀ, ਉਹਨਾਂ ਨੂੰ ਨਾ ਤਾਂ ਕੋਈ ਰਨਿੰਗ ਵਾਟਰ, ਨਾ ਕੋਈ ਵਾਸ਼ਰੂਮ ਦੀ ਫੈਸਿਲਿਟੀ। ਹੈਲਥ ਐਂਡ ਸੇਫਟੀ ਦਾ ਇਸ਼ੂ ਸੀਗਾ ਕਿ ਜਿਹੜੇ ਪੈਸਟੀਸਾਈਡਸ ਵਗੈਰਾ ਯੂਜ਼ ਕਰਦੇ ਸੀਗੇ, ਉਹਨਾਂ ਦੀ ਕੋਈ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਸੀਗੇ ਵੀ ਕਿੰਨੀ ਕਰਨੀ ਹੈ। ਕਈ ਵਾਰੀ ਬੰਦੇ ਕੰਮ ਕਰਦੇ ਹੁੰਦੇ ਸੀ, ਉਹਨਾਂ ਉੱਤੇ ਸਪਰੇਅ ਹੋ ਜਾਂਦੀ ਸੀਗੀ ਉਹ। ਸੋ ਉਹ ਸਾਰੇ ਇਸ਼ੂਜ਼ ਨੂੰ ਦੇਖਦੇ ਹੋਏ ਫਿਰ ਅਸੀਂ ਸੋਚਿਆ ਵੀ ਵੀ ਹੈਵ ਟੂ ਡੂ ਸਮਥਿੰਗ। ਇੱਕ ਹੁੰਦਾ ਸੀ ਜਿਹੜੇ ਲੋਕ ਕੰਮ ਕਰਨ ਜਾਂਦੇ ਸੀ ਨਾ,
ਉਹ ਆਪਣੇ ਹੀ ਜਿਹੜੇ ਠੇਕੇਦਾਰ ਸੀਗੇ ਹੂੰ ਲੇਬਰ ਕੰਟਰੈਕਟਰ, ਜੀ ਉਹਨਾਂ ਨਾਲ ਕੰਮ ਤੇ ਜਾਂਦੇ ਸੀ। ਉਹ ਲੇਬਰ ਕੰਟਰੈਕਟਰ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਇੰਡੀਆ ਤੋਂ ਆਏ ਨੇ, ਇਹਨਾਂ ਨੂੰ ਸ਼ਾਇਦ ਲਾਅ ਵਗੈਰਾ ਦਾ ਨਾ ਪਤਾ ਹੋਵੇ। ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਵੀ ਸੀ, ਉਹਨਾਂ ਨੂੰ ਕਹਿੰਦੇ ਸੀ ਵੀ ਜੇ ਤੁਸੀਂ ਯੂਨੀਅਨ ਨਾਲ ਗੱਲ ਕੀਤੀ ਤੁਹਾਨੂੰ ਇੱਥੋਂ ਡਿਪੋਰਟ ਕਰ ਦਿੱਤਾ ਜਾਊਗਾ, ਜੀ ਹੈ ਨਾ। ਸੋ ਉਹ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਹੌਲੀ ਹੌਲੀ ਉਹਨਾਂ ਨਾਲ ਲੋਕਾਂ ਨਾਲ ਸੰਪਰਕ ਕੀਤਾ, ਮੀਟਿੰਗਾਂ ਕੀਤੀਆਂ, ਸਾਰਾ ਕੁਛ, ਤੇ ਉਹ ਲਾਅ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਉਸ ਵਕਤ ਜਿਹੜੀ ਸਰਕਾਰ ਸੀਗੀ ਉਹ ਫਾਰਮਰ ਪੱਖੀ ਸੀਗੀ, ਉਹ ਓਕੇ ਮਜ਼ਦੂਰਾਂ ਪੱਖੀ ਨਹੀਂ ਸੀਗੀ। ਕਿਹੜੀ ਸਰਕਾਰ ਸੀ? ਉਹਨੂੰ ਸੋਕਰਡ ਗਵਰਨਮੈਂਟ ਹੁੰਦੀ ਜੀ, ਸੀ ਉਦੋਂ, ਜੀ ਤੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਅਸੀਂ ਬੜੇ ਮੁਜ਼ਾਹਰੇ ਕਰਦੇ ਹੁੰਦੇ ਸੀ, ਆਲਮੋਸਟ ਐਵਰੀ ਵੀਕ ਇੱਕ ਜਾਂ ਦੋ ਮੁਜ਼ਾਹਰੇ ਕਰਨੇ, ਰੈਲੀਆਂ ਕਰਨੀਆਂ, ਖੇਤਾਂ ਵਿੱਚ ਵੀ ਕਰਨੀਆਂ, ਇੱਥੇ ਵੀ ਕਰਨੀਆਂ, ਤੇ ਉਹਦੀ ਕਵਰੇਜ ਬਹੁਤ ਹੁੰਦੀ ਸੀਗੀ। ਉਹਦੀ ਕਵਰੇਜ ਹੋਣ ਦੇ ਨਾਲ ਜਿਹੜੇ ਸਾਡੀ ਸਾਰੀ ਟ੍ਰੇਡ ਯੂਨੀਅਨ ਮੂਵਮੈਂਟ ਜਿਹੜੀ ਕਿ ਬੜੀ ਸਟਰੋਂਗ ਹੈ ਇੱਥੇ, ਉਹ ਸਾਨੂੰ ਪੂਰੀ ਉਹਨਾਂ ਨੇ ਹੱਲਾਸ਼ੇਰੀ ਦਿੱਤੀ, ਪੂਰੀ ਸਪੋਰਟ ਵੀ ਕੀਤਾ ਉਹ। ਤੇ ਕਿਉਂਕਿ 1960 ਦੇ ਦੌਰਾਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਖੇਤ ਮਜ਼ਦੂਰ ਕੰਮ ਕਰਦੇ ਸੀ ਨਾ ਖੇਤਾਂ ਦੇ ਵਿੱਚ, ਉਹਨਾਂ ਤੇ ਵੀ ਕੋਈ ਲਾਅ ਨਹੀਂ ਸੀ ਹੁੰਦਾ। ਉਸ ਵਕਤ ਜਿਹੜੇ ਉੱਥੇ ਦੇ ਲੀਡਰ ਸੀਗੇ ਸੀਜ਼ਰ ਚਾਵੇਜ਼, ਉਹਨਾਂ ਨੇ ਮੋਬਲਾਈਜ਼ ਕਰਕੇ ਬਹੁਤ ਵੱਡੀ ਪਾਵਰਫੁਲ ਯੂਨੀਅਨ ਬਣ ਗਈ ਸੀ। ਉਹਨਾਂ ਦੇ ਸੀਜ਼ਰ ਚਾਵੇਜ਼ ਦੇ ਜਿਹੜੇ ਕੈਨੇਡੀ ਪ੍ਰੈਜ਼ੀਡੈਂਟ ਹੁੰਦੇ ਸੀ, ਹੀ ਵਾਜ਼ ਗੁੱਡ ਫਰੈਂਡ ਆਫ ਹਿਮ। ਓਕੇ, ਉਹਨਾਂ ਦਾ ਨਾ ਬਹੁਤ ਲੈਜੈਂਡਰੀ ਉਹ ਲੀਡਰ ਸੀ। ਉਹ ਮੇਰੇ ਫਰੈਂਡ ਬਣ ਗਏ। ਉਹਨਾਂ ਨੇ ਮੈਨੂੰ ਬਹੁਤ ਇੰਸਪਾਇਰ ਕੀਤਾ। ਉਹਨਾਂ ਨੂੰ ਦੇਖਦੇ ਹੋਏ ਅਸੀਂ ਤਕਰੀਬਨ ਉਹੀ ਕੁਛ ਇੱਥੇ ਕੀਤਾ ਜਿਹੜਾ ਕੁਛ ਉਹਨਾਂ ਨੇ ਕੀਤਾ ਸੀਗਾ, ਤੇ ਸਾਨੂੰ ਕਾਫੀ ਸਕਸੈਸ ਵੀ ਮਿਲੀ। ਲੇਕਿਨ ਅਸਲੀ ਜਿਹੜੀ ਆ ਪ੍ਰੈਕਟੀਕਲ ਜਿਹੜੀਆਂ ਚੇਂਜਸ ਆਈਆਂ, ਉਹ ਆਈਆਂ 1990 ਦੇ ਵਿੱਚ, ਜਦੋਂ NDP ਸਰਕਾਰ ਬਣੀ ਇੱਥੇ। ਓਕੇ, ਕਿਉਂਕਿ ਉਦੋਂ ਪਹਿਲਾਂ ਸਰਕਾਰ ਨੇ ਕੋਈ ਚੇਂਜਸ ਨਹੀਂ ਸੀ ਕੀਤੀਆਂ। 91 ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਉਹਨਾਂ ਨੇ ਸਾਰੇ ਐਮਪਲੋਇਮੈਂਟ ਸਟੈਂਡਰਡਸ, ਲੇਬਰ ਕੋਡ, ਹੈਲਥ ਐਂਡ ਸੇਫਟੀ ਐਕਟ ਵਗੈਰਾ ਸਾਰਾ ਚੇਂਜ ਕਰਤੇ ਸੀਗੇ ਉਹ। ਸੋ ਉਹ ਬਹੁਤ ਵੱਡੀ ਇੱਕ ਅਚੀਵਮੈਂਟ ਸੀਗੀ ਲੇਬਰ ਮੂਵਮੈਂਟ ਵਿੱਚ। ਤੇ ਉਸ ਵਕਤ ਇੱਕ ਇੱਥੇ ਨੈਸ਼ਨਲ ਫਿਲਮ ਬੋਰਡ ਆਫ ਕੈਨੇਡਾ, ਉਹਨਾਂ ਨੇ ਜਿਹੜੀ ਸਾਡੀ ਸਟਰਗਲ ਸੀ ਉਹਨੂੰ ਡਾਕੂਮੈਂਟ ਕੀਤਾ। ਉਹ ਫਿਲਮ ਬਣਾਈ ਇੱਥੇ ਇੱਕ, ਤੇ ਉਹਦਾ ਨਾਮ ਸੀਗਾ ਟਾਈਮ ਟੂ ਰਾਈਜ਼, ਉੱਠਣ ਦਾ ਵੇਲਾ। ਉਹ ਜਿਹੜੀ 38 ਮਿੰਟਸ ਡਾਕੂਮੈਂਟਰੀ, ਉਹਨੂੰ ਕੋਈ ਘੱਟੋ ਘੱਟ 4-5 ਮੁਲਕਾਂ ਵਿੱਚ ਬੈਸਟ ਫਿਲਮ ਅਵਾਰਡ ਮਿਲਿਆ। ਉਹ ਡਾਕੂਮੈਂਟਰੀ ਹਜੇ ਵੀ ਅਵੇਲੇਬਲ ਆਨਲਾਈਨ। ਤੋ ਉਸ ਡਾਕੂਮੈਂਟਰੀ ਨੂੰ ਮੇਰੇ ਖਿਆਲ ਕਿੰਨੇ ਹਜ਼ਾਰਾਂ ਵਾਰੀ ਲੋਕਾਂ ਨੇ ਦੇਖਿਆ, ਆਈ ਡੋਂਟ ਨੋ। ਲੇਬਰ ਯੂਨੀਅਨ ਮੂਵਮੈਂਟ ਨੇ ਉਹਨੂੰ, ਦੇ ਆਰ ਯੂਜ਼ਿੰਗ ਇਟ ਐਜ਼ ਅ ਟੂਲ ਹਾਊ ਟੂ ਆਰਗੇਨਾਈਜ਼। ਸੋ ਇਟਸ ਆਲ ਦੇਅਰ। ਤੇ ਤੁਸੀਂ ਨਸਲੀ ਵਿਤਕਰੇ ਵਿਰੁੱਧ ਵੀ ਬੜੀ ਆਵਾਜ਼ ਚੱਕੀ ਹੈ। ਐਟ ਦ ਸੇਮ ਟਾਈਮ 1980 ਦੇ ਵਿੱਚ ਨਸਲੀ ਵਿਤਕਰਾ ਜਦੋਂ ਇੱਥੇ ਹੁੰਦਾ ਸੀ, ਉਦੋਂ ਅਸੀਂ ਇੱਥੇ ਬਣਾਈ ਆਰਗੇਨਾਈਜੇਸ਼ਨ ਕਾਲਡ BC ਆਰਗੇਨਾਈਜੇਸ਼ਨ ਟੂ ਫਾਈਟ ਰੇਸਿਜ਼ਮ। ਉਹ ਬੜੀ ਬ੍ਰੌਡ ਬੇਸਡ ਆਰਗੇਨਾਈਜੇਸ਼ਨ ਸੀ, ਜਿਹਦੇ ਵਿੱਚ ਜਿਹੜੇ ਬਾਕੀ ਫੇਥ ਗਰੁੱਪ ਜਿਵੇਂ ਚਰਚਿਸ, ਗੁਰਦੁਆਰੇ, ਇੰਡੀਜਨਸ ਆਦੀਵਾਸੀ ਤੇ ਹੋਰ ਸਾਰੇ ਸਾਡੇ ਨਾਲ ਪਾਰਟੀਸਪੇਟ ਕਰਦੇ ਸੀਗੇ। ਉਹ ਅਸੀਂ ਐਡੀ ਵੱਡੀ ਮੂਵਮੈਂਟ ਬਣਾ ਲਈ, ਤਾਂ ਗਵਰਨਮੈਂਟ ਹੈਡ ਟੂ ਲਿਸਨ ਟੂ ਅਸ। ਤੇ ਉਹ ਮੀਡੀਆ ਵਿੱਚੋਂ ਸਾਨੂੰ ਬਹੁਤ ਸਪੋਰਟ ਮਿਲੀ। ਜਿਹੜਾ ਪ੍ਰੋਗਰੈਸਿਵ ਮੀਡੀਆ ਸੀ ਉਹਦੇ ਵਿੱਚ ਤਕਰੀਬਨ ਸਾਰੇ ਟੈਲੀਵਿਜ਼ਨ, ਰੇਡੀਓ, ਨਿਊਜ਼ਪੇਪਰ ਵਗੈਰਾ। ਹਿਊਮਨ ਰਾਈਟਸ ਦਾ ਵੀ ਬਹੁਤ ਕੰਮ ਕੀਤਾ। ਹਾਂਜੀ। ਸੋ ਹਿਊਮਨ ਰਾਈਟਸ ਦੇ ਵਿੱਚ ਜਦੋਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਨਸਲਵਾਦ ਹੁੰਦਾ ਸੀ, ਅਸੀਂ ਉਹ ਹਿਊਮਨ ਰਾਈਟਸ ਦਾ ਇਸ਼ੂ ਲੈ ਕੇ ਜਾਂਦੇ ਸੀ ਸਾਰਾ। ਉਹਦੇ 'ਤੇ ਹਿਊਮਨ ਰਾਈਟਸ ਕਮਿਸ਼ਨ ਹੁੰਦਾ ਸੀ। 1990 ਦੇ ਵਿੱਚ ਸਾਡਾ ਕੰਮ ਕਾਫੀ ਉਹਦੇ ਵਿੱਚ ਕਾਮਯਾਬ ਰਿਹਾ ਹੈ। 2001 ਦੇ ਵਿੱਚ ਜੋ ਸਰਕਾਰ ਚੇਂਜ ਹੋ ਗਈ ਤੇ NDP ਉਸ ਵਕਤ ਹਾਰ ਗਈ ਸੀ। ਜਿਹੜੀ ਨਵੀਂ ਸਰਕਾਰ ਹੈ ਉਹਨਾਂ ਨੇ ਆਉਂਦਿਆਂ ਹੀ ਹਿਊਮਨ ਰਾਈਟਸ ਕਮਿਸ਼ਨ ਨੂੰ ਭੰਗ ਕਰ ਦਿੱਤਾ ਸੀਗਾ। ਸੋ ਉਸ ਵਕਤ ਅਸੀਂ ਆਪਦਾ ਗਰੁੱਪ ਬਣਾ ਲਿਆ, ਹਿਊਮਨ ਰਾਈਟਸ ਡਿਫੈਂਡਰਸ ਗਰੁੱਪ। ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਸੀ, ਅਜੇ ਤੱਕ ਉਹ ਚੱਲ ਰਿਹਾ ਉਹ। ਉਹਦੇ ਅੱਜ ਵੀ? ਹਾਂਜੀ। ਸੋ ਉਹ ਹਜੇ ਵੀ ਅਸੀਂ ਉਸ ਪੱਖੋਂ ਇੰਨਾ ਐਕਟਿਵ ਨਹੀਂ, ਕਿਉਂਕਿ ਹੁਣ ਸਰਕਾਰ ਨੇ ਸਾਰੇ ਲਾਅ ਚੇਂਜ ਕਰਤੇ, ਪਰ ਉਹਦਾ ਕਾਫੀ ਵੱਡਾ ਰੋਲ ਸੀ। ਤੇ ਚੌਹਾਨ ਸਾਹਿਬ, ਫਿਰ ਇਹ ਸਾਰੀ ਮੂਵਮੈਂਟ 'ਚ ਤੁਸੀਂ, ਕਿਉਂਕਿ ਸਟਰਗਲ 'ਚੋਂ ਨਿਕਲੇ ਜੇ ਤੁਸੀਂ, ਇੱਕ ਜਦੋਂ ਜਹਿਦ 'ਚੋਂ ਨਿਕਲੇ ਜੇ, ਕਈ ਤਰ੍ਹਾਂ ਦੀਆਂ ਮੂਵਮੈਂਟਾਂ ਤੁਸੀਂ ਜਿਹੜੀਆਂ ਆਪਣੇ ਪਿੰਡੇ ਤੇ ਹੰਡਾਈਆਂ, ਤਜਰਬਾ ਕੀਤਾ, ਫਿਰ ਸਿਆਸਤ ਵੱਲ ਕਿਵੇਂ ਮੋੜਾ ਕੱਟਿਆ? ਸਿਆਸਤ ਵੱਲ ਮੋੜ ਆਇਆ 2001 ਦੇ ਵਿੱਚ, ਜਦੋਂ ਨਵੀਂ ਸਰਕਾਰ ਬਣੀ। ਉਸ ਵਕਤ ਮੈਂ ਹਸਪੀਟਲ EMPLOYEES ਯੂਨੀਅਨ ਦੇ ਵਿੱਚ ਕੰਮ ਕਰਦਾ ਸੀ। ਜੋ ਕੰਮ ਕਰਦੇ ਸੀ ਕਿ ਡਾਇਰੈਕਟਰ ਕੀ ਸੀ? ਉਹਦਾ ਮੈਂ ਡਾਇਰੈਕਟਰ ਸੀ। ਓਕੇ। ਉਹਦਾ ਮੈਂ ਜਿਹੜੀ ਸੀਗੀ ਸਾਡੀ ਯੂਨੀਅਨ ਦੇ ਡਾਇਰੈਕਟਰ ਸੀ। ਹਾਂ, ਇਹ ਪੋਸਟ ਹੁੰਦੀ ਕੋਈ? ਹਾਂਜੀ। ਸਾਡੀ ਇੱਥੇ ਸਭ ਤੋਂ ਵੱਡੀ ਹੈਲਥ ਕੇਅਰ ਵਰਕਰਸ ਦੀ ਯੂਨੀਅਨ, ਜਿਸ 'ਚ ਉਸ ਵਕਤ 45,000 ਬੰਦਾ ਮੈਂਬਰ ਸੀਗਾ। ਸੋ ਉਹਦੇ 'ਚ ਜਿਹੜਾ ਕਲੈਕਟਿਵ ਬਾਰਗੇਨਿੰਗ, ਹੈਲਥ ਐਂਡ ਸੇਫਟੀ, ਉਹਦਾ ਹੈੱਡ ਸੀ ਮੈਂ। ਉਹਨਾਂ ਨੂੰ ਨੈਗੋਸ਼ੀਏਟ ਕਰਨਾ। ਇੱਥੇ ਜਿਹੜਾ ਸੀਗਾ ਆਰਬਿਟ੍ਰੇਸ਼ਨ ਬਿਊਰੋ, ਉਹਦਾ ਵੀ ਮੈਂ ਮੈਂਬਰ ਸੀ।
ਮੀਡੀਏਸ਼ਨ ਵਗੈਰਾ ਸਾਰਾ ਕੁਝ ਮੈਂ ਹੀ ਕਰਦਾ ਸੀ ਹੈ ਨਾ। ਤੇ ਉਹ ਜਦੋਂ ਉਹ ਨਵੀਂ ਸਰਕਾਰ ਆਈ, ਉਹਨਾਂ ਨੇ ਜਿਹੜੇ ਲੋਕ ਹਸਪਤਾਲਾਂ 'ਚ ਕੰਮ ਕਰਦੇ ਸੀਗੇ ਉਹਨਾਂ ਦੀਆਂ ਕਈ ਸਰਵਿਸਿਜ਼ ਨੂੰ ਪ੍ਰਾਈਵੇਟਾਈਜ਼ ਕਰਤਾ। ਉਹਦੇ ਨਾਲ ਓਵਰਨਾਈਟ 8-9 ਹਜ਼ਾਰ ਲੋਕ ਜਿਹੜੇ ਸੀ ਉਹਨਾਂ ਦੀ ਜੌਬਸ ਖਤਮ ਹੋ ਗਈਆਂ। ਮੈਜੋਰਟੀ ਆਫ ਦੈਮ ਵਰ ਵਿਮਨ, ਔਰ ਵਿੱਚ ਵਿਮਨ ਆਫ ਕਲਰ ਉਹ ਸੀਗੇ। ਉਸ ਚੀਜ਼ ਨੂੰ ਮੈਂ ਦੇਖ ਕੇ ਕਿਹਾ ਮੈਂ ਯਾਰ ਮੈਂ ਇਸ ਪਾਰਟੀ ਦਾ ਮੈਂਬਰ ਹਾਂ, 1975 ਨੂੰ ਜੁਆਇਨ ਕੀਤਾ ਸੀ NDP ਨੂੰ, ਪਰ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਸਿਆਸਤ ਜਾਊਂਗਾ। ਉਸ ਵਕਤ ਮੈਂ ਡਿਸਾਈਡ ਕੀਤਾ ਸੀ ਵੀ ਆਈ ਵਾਂਟ ਟੂ ਗੋ ਬੈਕ ਟੂ ਪੋਲੀਟਿਕਸ, ਵੀ ਤਾਂ ਕਿ ਉੱਥੇ ਜਾ ਕੇ ਇਹਦੇ ਬਾਰੇ ਕੁਝ ਕੀਤਾ ਜਾ ਸਕੇ, ਵਿਧਾਨ ਸਭਾ 'ਚ ਆਵਾਜ਼ ਉਠਾਈ। ਹਾਂਜੀ। ਤੇ ਫਿਰ ਤੁਸੀਂ ਜਦੋਂ ਸਿਆਸਤ ਵੱਲ ਤੁਰੇ ਤੇ ਸਿਆਸਤ ਦੇ ਖੇਤਰ 'ਚ ਜਾਣ ਲਈ ਤੇ ਡਾਲਰ ਬੜੇ ਚਾਹੀਦੇ। ਉਹ ਬਹੁਤ ਜ਼ਿਆਦਾ ਰਿਸੋਰਸਿਸ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਲੋਕਾਂ ਦੀ ਸਪੋਰਟ ਇੰਨੀ ਸੀਗੀ ਕਿ ਮੈਨੂੰ ਇਹਦੇ ਬਾਰੇ ਕਦੇ ਬਾਹਲੀ ਸਟਰਗਲ ਨਹੀਂ ਕਰਨੀ ਪਈ ਹੈਗੀ। ਟਿਕਟ ਸੌਖੀ ਮਿਲ ਗਈ ਪਾਰਟੀ ਦੀ। ਸਾਡੀ ਜਿਹੜੀ ਟਿਕਟ ਹੁੰਦੀ ਹੈ ਨਾ ਇੱਥੇ ਇੰਡੀਆ ਵਾਂਗੂ ਨਹੀਂ ਵੀ ਜਿਹੜੇ ਹੈਗੇ ਵੀ ਤੁਸੀਂ ਆਹ ਫਲਾਣੇ ਬੰਦੇ ਟਿਕਟ ਦੇ ਦਿੱਤੀ, ਯੂ ਹੈਵ ਜੁਗਾੜ ਨਾਲ ਨਹੀਂ ਮਿਲਦੀ, ਉਹਨੂੰ ਫਾਈਟ ਕਰਨਾ ਪੈਂਦਾ। ਔਰ ਨੋਮੀਨੇਸ਼ਨ ਲੈਣ ਵਾਸਤੇ ਸਗੋਂ ਇਲੈਕਸ਼ਨ ਨਾਲ ਜ਼ਿਆਦਾ ਸਟਰਗਲ ਕਰਨੀ ਪੈਂਦੀ ਆ। ਓਕੇ, ਟਿਕਟ ਲੈਣ ਲਈ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ। ਸੋ ਉੱਥੇ ਜਦੋਂ ਮੈਂ ਆਪਦਾ ਨਾਂ ਤਾਂ ਮੇਰੇ ਖਿਲਾਫ ਮੇਰੇ ਫਰੈਂਡ ਹੀ ਸੀ ਉਹ, ਪੌਲ ਮੈਕਡੋਨਲ, ਗੋਰਾ ਸੀ, ਉਹ ਸਿਟੀ ਕਾਉਂਸਲਰ ਸੀ, ਬੜਾ ਪਪੂਲਰ ਸੀ ਉਹ। ਸੋ ਹੀ ਐਂਡ ਆਈ ਫੌਟ ਅਗੇਂਸਟ ਈਚ ਅਦਰ। ਉਹਨੂੰ ਮੈਂ ਉਹ ਜਦੋਂ ਮੈਂ ਜਿੱਤ ਗਿਆ ਨੋਮੀਨੇਸ਼ਨ, ਤੁਸੀਂ ਦੇਖੋ ਉਹਨੇ ਵਿਦਨ ਅ ਵੀਕ ਆ ਕੇ ਸਾਰਾ ਕੁਝ ਮੇਰੇ ਨਾਲ ਕੰਮ ਕੀਤਾ। ਦੈਨ ਹੀ ਬਿਕੇਮ ਮਾਈ ਪ੍ਰੈਜ਼ੀਡੈਂਟ, ਮੇਰਾ ਕੈਂਪੇਨ ਮੈਨੇਜਰ ਵੀ ਹੋਇਆ, ਸਾਰਾ ਕੁਝ। ਇਹ ਨਹੀਂ ਵੀ ਮੈਂ ਤਾਂ ਹੁਣ ਇਹਨੂੰ ਲਾਈਕ ਨਹੀਂ ਕਰਦਾ, ਧੜੇਬੰਦੀ ਹੋ ਗਈ। ਟਿਕਟ ਦੀ ਜਦੋਂ ਵੰਡ ਹੋ ਗਈ ਫਿਰ ਪੂਰੀ ਕੰਪੇਨ ਕੀਤੀ ਆ ਕਿਉਂਕਿ ਉਹ ਵੀ ਪਾਰਟੀ ਦਾ ਉਹਨੇ ਸੋਲਿਡ ਮੈਂਬਰ ਸੀ ਜਿੰਨਾ ਮੈਂ ਸੀਗਾ। ਉਹ ਅਸੀਂ ਇਕੱਠਿਆਂ ਨੇ ਕੰਮ ਕੀਤਾ ਉਹ। ਤੇ ਉਹ ਫਿਰ ਉਹ 2003 ਦੇ ਵਿੱਚ ਨੋਮੀਨੇਸ਼ਨ ਲੈ ਕੇ 2005 ਦੇ ਵਿੱਚ ਇਲੈਕਸ਼ਨ। ਚੌਹਾਨ ਸਾਹਿਬ ਤੁਸੀਂ ਕਿਹਾ ਵੀ ਟਿਕਟ ਮੈਂ ਵੀ ਬਹੁਤ ਕੰਮ ਕੀਤਾ, ਮੈਨੂੰ ਮਿਲ ਗਈ। ਇੱਕ ਵਾਰੀ ਮਿਲ ਗਈ ਠੀਕ ਹੈ, ਦੂਜੀ ਵਾਰੀ ਮਿਲ ਗਈ ਠੀਕ ਹੈ, ਤੀਜੀ ਵਾਰ ਵੀ ਤੁਹਾਡੀ, ਚੌਥੀ ਵਾਰ ਵੀ ਤੁਹਾਡੀ, ਤੇ ਪੰਜਵੀਂ ਵਾਰੀ ਵੀ ਤੁਹਾਡੀ। ਇਹ ਕਿ ਜਾਦੂ ਕੀਤਾ? ਦੇਖੋ ਜਿੱਥੇ ਹਲਕੇ 'ਚੋਂ ਮੈਂ ਖੜਾ ਸੀ ਨਾ, ਉੱਥੇ ਆਪਣੀ ਹਿੰਦੁਸਤਾਨੀਆਂ ਦੀ ਆਬਾਦੀ ਬਹੁਤ ਘੱਟ ਆ। ਇਹ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਹੈ। ਹਾਂਜੀ, ਲੱਗਦਾ ਤੇ ਇਹ ਵੀ ਉੱਥੇ ਭਾਰਤੀ ਹੋਣਗੇ ਤੇ ਤੁਸੀਂ ਵੋਟਾਂ ਲੈ ਕੇ ਜਿੱਤਦੇ ਰਹੇ। ਨਹੀਂ, ਉੱਥੇ ਸਾਡੇ ਟੋਟਲ ਸਾਊਥ ਏਸ਼ੀਅਨ ਦੀ ਜਿਹੜੀ ਆਬਾਦੀ ਹੈ ਨਾ ਉੱਥੇ ਸਾਊਥ ਏਸ਼ੀਅਨ ਦੀ, ਉਹ ਇਨਕਲੂਡਿੰਗ ਪੰਜਾਬੀ, ਹਿੰਦੀ, ਸਾਊਥ ਆਪਣੇ ਸਾਊਥ ਇੰਡੀਅਨ, ਸਾਰਾ ਕੁਝ ਬੰਗਲਾਦੇਸ਼ੀ ਰਲਾ ਕੇ ਸਿਰਫ 7% ਹੀ ਆ। 93% ਕੌਣ ਨੇ? 93% ਜਿਹੜੇ ਬਾਕੀ ਨੇ ਉਹ ਹੈਗੇ ਨੇ ਗੋਰੇ, ਚਾਈਨੀਜ਼ ਜਾਂ ਹੋਰ ਜਿਹੜੀਆਂ ਕਮਿਊਨਿਟੀਆਂ ਦੇ ਲੋਕ ਨੇ ਉਹ ਜ਼ਿਆਦਾਤਰ ਉਹ। ਤੇ ਜਦੋਂ ਮੈਂ ਪਹਿਲੀ ਵਾਰ ਜਿੱਤਿਆ ਸੀਗਾ, ਉਦੋਂ ਬਾਅਦ ਮੇਰੀ ਹਰ ਵਾਰੀ ਜਿਹੜੀ ਵੋਟ ਮਾਰਜਨ ਸੀਗਾ ਉਹ ਡਬਲ ਹੁੰਦਾ ਗਿਆ। ਸੋ ਐਤਕੀ ਹੁਣ ਵੱਧਦਾ ਹੀ ਗਿਆ ਮਾਰਜਨ ਜਿਹੜਾ ਸੀਗਾ ਉਹ। ਓਕੇ, ਫਿਰ ਇਹ ਕੀ ਕਲਾ ਕੀ ਹੈ? ਦੇਖੋ ਕੋਈ ਆਰਟ ਤੇ ਤੁਹਾਡੇ ਕੋਲ ਹੋਊਗਾ, ਇੱਕ ਤੇ ਚਲੋ ਹਾਰਡ ਵਰਕ ਤੇ ਹੁੰਦਾ ਹੀ ਹੈ, ਪਰ ਹਾਰਡ ਵਰਕ ਤੋਂ ਇਲਾਵਾ ਵੀ, ਕਿਉਂਕਿ ਆਮ ਇੱਕ ਬੰਦੇ ਦੀ, ਇਨਸਾਨ ਦੀ ਫਿਤਰਤ ਹੈ, ਬੰਦਾ ਚੇਂਜ ਤੇ ਚਾਹੁੰਦਾ ਹੈ ਨਾ। 5 ਸਾਲ ਬਾਅਦ ਨਹੀਂ, 10 ਸਾਲ ਬਾਅਦ, 15 ਸਾਲ ਬਾਅਦ, 20 ਸਾਲ ਬਾਅਦ ਲਗਾਤਾਰ ਉਹਨਾਂ ਲੋਕਾਂ ਨੂੰ ਨਾਲ ਜੋੜੀ ਰੱਖਣਾ ਕੀ ਕਲਾ ਸੀ? ਮੈਂ ਕਦੇ ਵੀ ਆਪਦੇ ਆਪ ਨੂੰ ਇਹ ਨਹੀਂ ਸੋਚਿਆ ਜਾਂ ਸਮਝਿਆ ਕਿ ਮੈਂ ਪਤਾ ਨਹੀਂ MLA ਬਣ ਗਿਆ ਜਾਂ ਮੈਂ ਸਪੀਕਰ ਬਣ ਗਿਆ। ਮੈਂ ਨਹੀਂ ਆਈ ਕਦੀ। ਨੋ, ਮੈਂ ਹਮੇਸ਼ਾ ਇਹੀ ਸੋਚਿਆ ਕਿ ਆਈ ਐਮ ਵਨ ਆਫ ਦੈਮ। ਇਹੀ ਤਾਂ ਮੈਨੂੰ ਲੈ ਕੇ ਆਏ ਨੇ, ਯੂ ਨੋ। ਸੋ ਮੈਂ ਉਹਨਾਂ ਦੇ ਨਾਲ ਬੈਠ ਕੇ ਘਰੇ ਵੀ ਜਾ ਕੇ ਚਾਹ ਪਾਣੀ ਵੀ ਪੀਣਾ, ਤੇ ਉਹਨਾਂ ਨੂੰ ਕਈ ਵਾਰੀ ਉਹ ਮੇਰੇ ਨਾਲ ਫੋਨ ਤੇ ਜੇ ਗੁੱਸੇ ਵੀ ਹੋ ਜਾਣ, ਮੈਂ ਕਹਿੰਦਾ ਮੈਂ ਆਉਣਾ ਤੇਰੇ ਕੋਲ ਆ ਕੇ, ਗੁੱਸੇ ਨਾ ਹੋ, ਮੈਂ ਆ ਰਿਹਾ, ਗੁੱਸੇ ਨਾਲ ਮੈਂ ਆਉਣਾ। ਫਿਰ ਬੈਠ ਕੇ ਕਹਿੰਦੇ ਹਾਂ ਸੌਰੀ, ਕਹਿੰਦੇ ਜੀ ਠੀਕ ਆ ਸਾਰਾ ਕੁਝ। ਈਵਨ ਗੋਰਿਆਂ ਦੀ ਵੀ ਗੱਲ ਕਰਦਾ ਹੈ ਨਾ, ਸਾਰਿਆਂ ਦੀ। ਉਹਨਾਂ ਦਾ ਕੋਈ ਫੰਕਸ਼ਨ ਹੋਵੇ ਕਮਿਊਨਿਟੀ ਦੇ ਵਿੱਚ, ਤੁਸੀਂ ਇਹ ਦੇਖੋ ਜਿਹੜਾ ਵੀਕਐਂਡ ਆ ਨਾ, ਆਪਾਂ ਕਹਿੰਦੇ ਲੋਕ ਵੀਕਐਂਡ ਥੋੜਾ ਪਰਸਨਲ ਟਾਈਮ ਹੁੰਦਾ, ਮੇਰਾ ਸਭ ਤੋਂ ਬਿਜ਼ੀ ਟਾਈਮ ਹੁੰਦਾ ਉਹ। ਜਾਣਾ ਪੈਂਦਾ, ਦੁੱਖ ਸੁੱਖ 'ਚ ਜਾਣਾ ਪੈਂਦਾ। ਹਾਂਜੀ, ਇਹ ਰਿਕਾਰਡ ਆ। ਇਹ ਇੱਕ ਵਾਰੀ ਇਸੇ ਵੀਕਐਂਡ ਤੇ ਮੈਂ ਸਵੇਰੇ 8 ਵਜੇ ਸ਼ੁਰੂ ਕੀਤਾ, ਰਾਤ ਦੇ 9 ਵਜੇ ਤੱਕ 13 ਇਵੈਂਟ ਮੈਂ ਅਟੈਂਡ ਕੀਤੇ ਇੱਕ ਦਿਨ ਦੇ ਵਿੱਚ। ਸੋ ਉਹ ਜਿੱਥੇ ਜਾਂਦੇ ਲੋਕ ਫਿਰ ਚੇਤੇ ਰੱਖਦੇ ਨੇ ਨਾ। ਇੱਕ ਨਾ ਪੰਜਾਬ 'ਚ ਇਹ ਕਹਿੰਦੇ ਆ ਵੀ ਕਈ MLA ਨੇ, ਬਲਬੀਰ ਸਿੰਘ ਸਿੱਧੂ ਹੈਗੇ ਨੇ, ਹੋਰ ਨੇ ਕਈ, ਵੀ ਉਹ ਨਾ ਕਿਸੇ ਦਾ ਭੋਗ ਛੱਡਦੇ ਆ ਤੇ ਨਾ ਕਿਸੇ ਦਾ ਵਿਆਹ ਛੱਡਦੇ ਆ। ਵੀ ਉਹਨਾਂ ਨੇ ਸ਼ਗਨਾਂ ਦੇ ਲਿਫਾਫੇ 31 ਦਸੰਬਰ ਨੂੰ ਰੱਖ ਲੈਣੇ ਤਿਆਰ ਕਰਕੇ ਤੇ ਤੁਰ ਪੈਣਾ। ਇਹ ਉਦਾਂ ਹੀ ਆ ਵੀ ਤੁਸੀਂ ਭਾਈਚਾਰਾ ਬਹੁਤ ਰੱਖਿਆ ਇੱਥੇ। ਖਾਸ ਕਰਕੇ ਮੈਨੂੰ ਬੜਨੀ ਦੇ ਵਿੱਚ ਸ਼ਗਨਾਂ ਵਾਲਾ ਤੇ ਵਿਆਹ ਸ਼ਾਦੀ ਵਾਲਾ ਜਾਂ ਫਿਊਨਰਲ ਵਾਲਾ ਘੱਟ ਲੋੜ ਪੈਂਦੀ ਆ, ਕਿਉਂਕਿ ਜਿਹੜੇ ਸਾਡੇ MLA ਨੇ ਸਰੀ ਦੇ ਵਿੱਚ ਜਾਂ ਹੋਰ ਜਿੱਥੇ ਉਹਨਾਂ ਨੂੰ ਜ਼ਿਆਦਾ ਆਪਣੀ ਕਮਿਊਨਿਟੀ ਨਾਲ ਇੰਟਰੈਕਸ਼ਨ ਹੁੰਦੀ ਆ।
ਲੇਕਿਨ ਮੇਰੀ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹ ਹੁੰਦੀ ਹੈ ਉਹਨਾਂ ਦੇ ਜਿਹੜੇ ਕਮਿਊਨਿਟੀ ਇਵੈਂਟ ਨੇ, ਕਿਸੇ ਦਾ ਫੈਸਟੀਵਲ ਹੈ, ਚਾਹੇ ਕੋਈ ਇਥੀਓਪੀਆ ਦਾ, ਚਾਹੇ ਉਹ ਆਸਟ੍ਰੇਲੀਅਨ ਆ ਜਾਓ, ਤਾਂ ਆਈ ਗੋ ਦੇਅਰ ਉਹਨਾਂ ਨਾਲ ਮਿਲਣ ਦਾ, ਹਨਾ, ਭਾਈਚਾਰਕ ਜਿਹੜੇ ਫੰਕਸ਼ਨ ਨੇ ਉਹਨਾਂ ਦੇ। ਪਰ ਇੱਕ ਰਾਜ ਚੌਹਾਨ ਜੀ, ਫਿਰ ਇਹ ਗੱਲ ਤੇ ਕਹਿ ਸਕਦੇ ਆ ਆਪਾਂ ਵੀ ਕੈਨੇਡਾ ਵਿੱਚੋਂ ਨਸਲੀ ਜਿਹੜੇ ਵਿਤਕਰੇ ਵਾਲੀ ਗੱਲ ਤਕਰੀਬਨ ਖਤਮ ਹੋ ਗਈ ਹੈ, ਕਿਉਂ? ਫਿਰ ਆ ਜਿਹੜਾ 93% ਜਿਹੜੇ ਤੁਹਾਨੂੰ ਆਨ ਕਰਦੇ ਨੇ, ਠੀਕ ਹੈ ਤੁਹਾਡੇ 'ਚ ਗੁਣ ਨੇ, ਤੁਸੀਂ ਕੰਮ ਕਰਦੇ ਜੇ, ਪਰ ਇਹਦਾ ਮਤਲਬ ਉਹਨਾਂ ਵਿੱਚ ਇਦਾਂ ਦਾ ਮਤਭੇਦ ਤੇ ਨਹੀਂ, ਤਾਂ ਹੀ ਤੁਹਾਨੂੰ ਵੋਟ ਪਾਉਂਦੇ ਨੇ। ਨਹੀਂ, ਉਹ ਠੀਕ ਆ, ਉਸ ਪੱਖੋਂ ਕਾਫੀ ਚੇਂਜਸ ਆ ਚੁੱਕੀਆਂ ਨੇ, ਜਿਹੜੀਆਂ ਕਿ 60, 70, 80 ਦੇ ਵਿੱਚ ਹੁੰਦੇ, ਉਹਦੇ ਨਾਲ ਅਸੀਂ ਵੀ ਹੈਵ ਮੂਵਡ ਅ ਲਾਟ, ਇੱਥੇ ਤੱਕ ਆ ਗਏ, ਲੇਕਿਨ ਅਜੇ ਵੀ ਬਹੁਤ ਕੁਝ ਫਰਕ ਹੈ। ਅੱਗੇ ਹੁੰਦਾ ਸੀ ਜਿਹੜਾ ਨਸਲਵਾਦ ਥੋੜ੍ਹਾ ਜਿਹਾ ਇਨ ਯੂਰ ਫੇਸ, ਲੋਕਾਂ ਦੇ ਕੁੱਟਮਾਰ ਵੀ ਕਰਦੇ ਸੀ, ਘਰਾਂ ਨੂੰ ਅੱਗ ਵੀ ਲਾ ਦਿੰਦੇ ਸੀ, ਸ਼ੀਸ਼ੇ ਭੰਨ ਦਿੰਦੇ, ਇੱਥੋਂ ਤੱਕ ਚੱਲਦਾ। ਹਾਂ, ਹੁਣ ਹੈਗਾ ਡਿਸਕ੍ਰਿਮੀਨੇਸ਼ਨ, ਬਟ ਇਟਸ ਸਟਲ, ਯੂ ਨੋ। ਫਿਰ ਤੁਹਾਨੂੰ ਥੋੜ੍ਹਾ ਜਿਹਾ ਤਜਰਬਾ ਵੀ ਹੋ ਜਾਂਦਾ, ਈਵਨ ਜੇ ਤੁਹਾਡੇ ਨਾਲ ਕੋਈ ਬੰਦਾ ਸਹਿਮਤ ਨਹੀਂ ਹੈਗਾ, ਵੀ ਜੇ ਤੁਸੀਂ ਤੁਹਾਡੇ ਕੋਲ ਚੋਇਸ ਹੁੰਦੀ ਹੈ, ਇੱਕ ਤਾਂ ਤੁਸੀਂ ਉਹਨਾਂ ਨਾਲ ਲੜ ਪਓ, ਦੂਜਾ ਉਹਨੂੰ ਕਹੋ ਲੈਟਸ ਇੰਗੇਜ ਹਿਮ ਇਨ ਡਾਇਲੋਗ। ਜੋ ਤੁਸੀਂ ਉਹਨੂੰ ਡਾਇਲੋਗ ਦੇ ਵਿੱਚ ਇੰਗੇਜ ਕਰਦੇ ਹੋ, ਦਲੀਲ 'ਚ ਫਸਾਉਂਦੇ ਹੋ ਜਦੋਂ, ਉਹ ਤੁਹਾਡੇ ਜਿਹੜੇ ਡਿਫਰੈਂਸ ਕਾਫੀ ਹੱਦ ਤੱਕ ਆਪਣੇ ਆਪ ਦੂਰ ਹੋ ਜਾਂਦੇ ਨੇ ਉਹ। ਸੋ ਦੈਟਸ ਵਾਟ ਆਈ ਡੂ, ਕਿਉਂਕਿ ਜਿਹੜੇ ਮੈਂ ਜੋ ਲੇਬਰ ਬੋਰਡ ਦੇ ਵਿੱਚ ਵੀ ਕੰਮ ਕੀਤਾ ਐਜ਼ ਏ ਮੀਡੀਏਟਰ, ਐਜ਼ ਐਨ ਆਰਬਿਟਰੇਟਰ, ਸਾਰਾ ਕੁਝ, ਉਦੋਂ ਵੀ ਮੈਂ ਕੋਸ਼ਿਸ਼ ਮੇਰੀ ਇਹ ਹੁੰਦੀ ਸੀ ਕਿ ਬਜਾਏ ਇਹਨੂੰ ਲੀਗਲ ਪੱਖੋਂ ਪੁਸ਼ ਕੀਤਾ ਜਾਵੇ, ਇੰਗੇਜ ਦਾ ਪਾਰਟੀ, ਜੇ ਆਪਾਂ ਕੋਈ ਮੀਡੀਅਨ ਰੈਜ਼ੋਲੂਸ਼ਨ ਕਿਤੇ ਲੱਭ ਲਈਏ, ਕਿਉਂਕਿ ਜੋ ਤੁਸੀਂ ਮੀਡੀਅਨ ਰੈਜ਼ੋਲੂਸ਼ਨ ਲੱਭਦੇ ਇੱਕ ਦੂਜੇ ਨਾਲ ਸਾਂਝ ਹੁੰਦੀ ਆ, ਦੈਟਸ ਲੌਂਗ ਲਾਸਟਿੰਗ। ਸੋ ਦੈਟਸ ਵਾਟ ਆਈ ਟਰਾਈ, ਤੇ ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਹੈ। ਰਾਜ, ਥੋੜਾ ਤੁਹਾਨੂੰ ਪੰਜਾਬ 'ਚ ਲਿਜਾਣਾ ਚਾਹੁੰਦਾ, ਜਿਹਨੂੰ ਤੁਸੀਂ 50 ਸਾਲ ਪਹਿਲੋਂ ਵਿਦਾ ਕਰਕੇ ਤੇ ਆ ਗਏ ਜੀ। ਅੱਜ ਪੰਜਾਬ ਬੜਾ ਉਦਾਸ ਜਿਹਾ ਹੈ, ਬੜਾ ਦੁਖੀ ਜਿਹਾ ਹੈ, ਕਰਜ਼ੇ 'ਚ ਡੁੱਬਿਆ, ਬੇਰੁਜ਼ਗਾਰੀ 'ਚ ਮਾੜੀ ਹਾਲਤ ਹੈ, ਡਰੱਗ ਦੀ ਸਮੱਸਿਆ, ਭਾਵੇਂ ਨਵੀਂ ਸਰਕਾਰ ਜਿਹੜੀ ਆਈ ਹੈ ਉਹ ਯਤਨ ਕਰ ਰਹੀ ਹੈ, ਕਿਉਂਕਿ ਲੋਕਾਂ ਨੇ ਬਹੁਤ ਵੱਡੀ ਚੇਂਜ ਲਿਆਂਦੀ ਹੈ, ਪਰ ਅੱਜ ਵੀ ਪੰਜਾਬ ਦੇ ਬਹੁਤੇ ਜਿਹੜੇ ਬਜ਼ੁਰਗ ਨੇ ਉਹ ਆਪਣੇ ਬੱਚਿਆਂ ਦਾ ਭਵਿੱਖ ਕੈਨੇਡਾ 'ਚ ਮੰਨਦੇ ਨੇ, ਵੀ ਕੈਨੇਡਾ ਸਾਡਾ ਪੁੱਤ ਜਾਂ ਧੀ ਚੱਲ ਜੂਗੀ ਤੇ ਤਾਂ ਹੀ ਇਹਨਾਂ ਦਾ ਭਵਿੱਖ ਬਣ ਸਕਦਾ। ਪਰ ਇੱਧਰੋਂ ਬੜੀਆਂ ਮਾੜੀਆਂ ਖਬਰਾਂ ਜਾ ਰਹੀਆਂ, ਹਾਰਟ ਅਟੈਕ ਹੋ ਰਹੇ ਨੇ, ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ, ਕਈ ਵਧਾ ਚੜਾ ਕੇ ਖਬਰਾਂ ਚੱਲਦੀਆਂ, ਪਰ ਕਿਤੇ ਨਾ ਕਿਤੇ ਮੁਸ਼ਕਲ ਹੈਗੀ ਆ, ਜੌਬ ਦੀ ਹੈ, ਮਹਿੰਗਾਈ ਦੀ ਹੈ, ਰਹਿਣ ਦੀ ਮੁਸ਼ਕਲ ਹੈ। ਇਹਨੂੰ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਲੋਕ ਇੱਥੇ ਆਉਂਦੇ ਨੇ ਨਾ, ਬੱਚੇ ਆਉਂਦੇ ਨੇ, ਉਹਨਾਂ ਨੂੰ ਕਈ ਵਾਰੀ ਮਿਸਲੀਡ ਕੀਤਾ ਜਾਂਦਾ। ਉਹ ਜਿਹੜੇ ਉੱਥੋਂ ਦੇ ਏਜੰਟ ਨੇ ਜਾਂ ਉਹਨਾਂ ਨੂੰ ਇਸ ਤਰੀਕੇ ਦੇ ਉਹਨਾਂ ਸਬਜ਼ ਬਾਗ ਦਿਖਾਉਂਦੇ ਨੇ ਕਿ ਵੀ ਉੱਥੇ ਜਾਓ, ਸੁਪਨੇ ਦਿਖਾਉਂਦੇ ਨੇ, ਤੁਸੀਂ ਤਾਂ ਪਲੇਨ ਤੋਂ ਉੱਤਰਦੇ ਸਾਰ ਹੀ ਤੁਹਾਡੇ ਇੱਕ ਮੂਹਰੇ ਟਰੀ ਖੜਾ, ਉਹਨੂੰ ਸ਼ੇਕ ਕਰ ਲਿਓ, ਡਾਲਰ ਹੀ ਡਾਲਰ ਤੁਹਾਡੇ ਕੋਲੇ ਆ ਜਾਣਗੇ। ਮੁਸ਼ਕਲਾਂ ਨਹੀਂ ਦੱਸਦੇ ਉਹਨਾਂ ਚੈਲੰਜਸ ਦੀਆਂ। ਜਦੋਂ ਅਸੀਂ 70s ਦੇ ਵਿੱਚ ਵੀ ਇੱਥੇ ਆਏ ਸੀ, ਸਾਨੂੰ ਬਹੁਤ ਚੈਲੰਜ ਜਿਹੜੇ ਫੇਸ ਕਰਨੇ ਪਏ ਸੀਗੇ। ਹੁਣ ਤਾਂ ਜਿਹੜੇ ਚੈਲੰਜ ਨੇ, ਕੰਪੀਟੀਸ਼ਨ ਬਹੁਤ ਆ, ਪਬਲਿਕ ਦਾ ਜਿਹੜਾ ਐਟੀਟਿਊਡ ਉਹ ਬਹੁਤ ਡਿਫਰੈਂਟ ਹੋ ਚੁੱਕਿਆ। ਨਵੇਂ ਬੱਚਿਆਂ ਨੂੰ ਆ ਕੇ ਜਦੋਂ ਇੱਥੇ ਕੋਈ ਬੇਸਿਕ ਉਹਨਾਂ ਦੀ ਸਪੋਰਟ ਨੈਟਵਰਕ ਨਾ ਹੋਵੇ, ਉਹਨਾਂ ਹੋਰ ਵੀ ਬਹੁਤ ਔਖਾ ਹੋ ਜਾਂਦਾ। ਜਦੋਂ ਨਹੀਂ ਮਿਲਦਾ ਫਿਰ ਉਹ ਡਿਪਰੈਸ ਹੋ ਜਾਂਦੇ ਆ। ਬਹੁਤ ਸਾਰੇ ਬੱਚੇ ਮੈਂ ਦੇਖੇ ਜਿਹੜੇ ਕਿ ਗਲਤ ਕੰਮਾਂ ਦੇ ਵਿੱਚ ਪਏ ਹੋਏ ਨੇ। ਇੱਥੇ ਕਈ ਜਿਹੜੇ ਖਬਰਾਂ ਮਿਲਦੀਆਂ ਨੇ ਉਹਦੇ ਵਿੱਚ ਦੇਖਿਆ ਕਿ ਕੁੜੀਆਂ ਦੇ ਨਾਲ ਕਾਫੀ ਐਕਸਪਲੋਇਟੇਸ਼ਨ ਵੀ ਹੁੰਦੀ ਆ, ਸੈਕਸ਼ੂਅਲ ਐਕਸਪਲੋਇਟੇਸ਼ਨ ਵੀ ਉਹਨਾਂ ਨਾਲ ਹੋਈ ਆ। ਡਰੱਗਸ ਦੇ ਵਿੱਚ ਬੱਚਿਆਂ ਨੂੰ ਉੱਥੇ ਲਿਜਾਇਆ ਜਾ ਰਹੇ ਨੇ, ਕੁਝ ਅਨਸਰ ਇੱਦਾਂ ਦੇ ਉਹਨਾਂ ਨੂੰ ਬਲੈਕਮੇਲ ਕਰਦੇ ਨੇ। ਉਹ ਅਸੀਂ ਇਨਕਰੇਜ ਕਰਦੇ ਹੁੰਦੇ ਵੀ ਜੇ ਤੁਹਾਡੇ ਨਾਲ ਕੋਈ ਹੁੰਦਾ ਕਮ ਐਂਡ ਕੰਪਲੇਨ। ਜਿੰਨੀ ਦੇਰ ਸਾਨੂੰ ਕੋਈ ਕੰਪਲੇਨ ਨਹੀਂ ਕਰਦਾ, ਅਸੀਂ ਉਹਨੂੰ ਉਹਦਾ ਅਫੀਸ਼ੀਅਲ ਤੌਰ 'ਤੇ ਉਹਦੀ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਹੈਗੇ, ਹੈ ਨਾ। ਸੋ ਉਹ ਜਿਹੜੇ ਉੱਥੇ ਬੈਠੇ ਲੋਕ ਭੇਜਦੇ ਨੇ ਨਾ ਬੱਚਿਆਂ ਨੂੰ, ਉਹਨਾਂ ਨੂੰ ਤਿਆਰ ਕਰਕੇ ਭੇਜਣਾ ਚਾਹੀਦਾ ਵਾ, ਪ੍ਰਪੇਅਰ ਕਰਨਾ ਚਾਹੀਦਾ, ਕਿਉਂਕਿ ਕੈਨੇਡਾ ਇਟਸ ਬਿਊਟੀਫੁਲ, ਵੰਡਰਫੁਲ, ਡੈਮੋਕ੍ਰੈਟਿਕ ਕੰਟਰੀ, ਨੋ ਡਾਊਟ ਅਬਾਊਟ ਇਟ, ਪਰ ਐਟ ਲੀਸਟ ਇਟਸ ਨਾਟ ਪਰਫੈਕਟ ਪਲੇਸ ਐਂਡ ਲਾਈਕ ਐਨੀ ਅਦਰ ਕੰਟਰੀ ਇਜ਼ ਨਾਟ ਸੇਮ ਥਿੰਗ। ਸੋ ਉਹ ਜਦੋਂ ਇੱਥੇ ਆਉਂਦੇ ਨੇ ਫਿਰ ਉਹਨਾਂ ਨੂੰ ਜੋ ਇੱਕਦਮ ਸ਼ੌਕ ਲੱਗਦਾ, ਉਹ ਫਿਰ ਉਹ ਡਿਪਰੈਸ਼ਨ ਵੀ ਹੁੰਦਾ। ਹੁਣ ਇੱਥੇ ਸਾਡੇ ਇੱਥੇ ਚੈਲੰਜਸ ਨੇ, ਘਰਾਂ ਦੀ ਸ਼ਾਰਟੇਜ ਆ। ਹਾਲਾਂਕਿ ਜਿਹੜੀ ਇੱਥੇ ਸਾਨੂੰ ਵਰਕਰਸ ਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਆ, ਲੇਕਿਨ ਕਈ ਬੱਚੇ ਇੱਥੇ ਜੋ ਕੰਮ ਕਰਦੇ ਨੇ ਆ ਕੇ ਉਹਨਾਂ ਨੂੰ ਕਈ ਆਨਸਰ ਜਿਹੜੇ ਕਿਸੇ ਕੰਸਟਰਕਸ਼ਨ ਇੰਡਸਟਰੀ ਕਹਿ ਲਓ ਜਾਂ ਕੋਈ ਵੀ ਇੰਡਸਟਰੀ ਕਹਿ ਲਓ ਕਿਸੇ, ਉਹਨਾਂ ਨੂੰ ਪ੍ਰੋਪਰ ਵੇਜਸ ਨਹੀਂ ਮਿਲਦੀਆਂ ਹੈਗੀਆਂ ਜੀ। ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਾਨੂੰਨ ਕੀ ਆ, ਵੀ ਕਿੱਥੇ ਅਸੀਂ ਅਪਲਾਈ ਕਰਨਾ, ਕਿਹਨੂੰ ਅਸੀਂ ਹੈਲਪ ਵਾਸਤੇ ਸੱਦਣਾ। ਸੋ ਉਹ ਸਾਰੀਆਂ ਜਿਹੜੀਆਂ ਇਸ਼ੂਜ਼ ਨੇ, ਕੰਪਲੀਕੇਸ਼ਨ ਹੋ ਜਾਂਦੀ ਹੈ, ਉਹਨਾਂ ਦੀ ਮਲਟੀਪਲਾਈ ਹੋ ਜਾਂਦੀਆਂ ਨੇ। ਦੈਨ ਬਾਈ ਦ ਟਾਈਮ ਦੇ ਫਾਈਂਡ ਆਊਟ, ਉਦੋਂ ਟੂ ਲੇਟ ਹੋ ਜਾਂਦਾ ਫਿਰ।
ਚੌਹਾਨ ਸਾਹਿਬ ਜੋ ਮਰਜ਼ੀ ਹੈ, ਕੈਨੇਡਾ ਤੋਂ ਭਾਵੇਂ ਮਾੜੀਆਂ ਖਬਰਾਂ ਵੀ ਜਾਂਦੀਆਂ ਨੇ, ਪਰ ਪੰਜਾਬ ਦੇ ਮਾਪੇ ਮਹਿਸੂਸ ਕਰਦੇ ਨੇ ਵੀ ਮੈਂ ਤੇ ਮੁੰਡਾ ਕੁੜੀ ਆਪਣਾ ਕੈਨੇਡਾ ਹੀ ਭੇਜਣਾ। ਹੁਣ ਇਦਾਂ ਦੀ ਗੱਲ ਵੀ ਕੈਨੇਡਾ ਸਰਕਾਰ ਵੱਲੋਂ ਕਿਤੇ ਆ ਰਹੀ ਹੈ ਵੀ ਕਿਉਂਕਿ ਹਾਊਸਿੰਗ ਦੀ ਬੜੀ ਪ੍ਰੋਬਲਮ ਹੈ, ਬੇਸਮੈਂਟਾਂ ਨਹੀਂ ਮਿਲ ਰਹੀਆਂ, ਤੇ ਕਿਤੇ ਸਟੂਡੈਂਟ ਵੀਜ਼ੇ ਵਿੱਚ ਕਿਸੇ ਢੰਗ ਨਾਲ ਕੋਈ ਕੈਪਿੰਗ ਜਾਂ ਕੋਈ ਸੀਮਾ ਤੈਅ ਕੀਤੀ ਜਾ ਸਕਦੀ ਹੈ। ਇਹ ਇਦਾਂ ਦੀਆਂ ਗੱਲਾਂ ਚੱਲ ਰਹੀਆਂ, ਕਿਵੇਂ ਲੱਗ ਰਿਹਾ ਤੁਹਾਨੂੰ? ਦੇਖੋ, ਜਿਹੜਾ ਇਹ ਇਮੀਗ੍ਰੇਸ਼ਨ ਦਾ ਸਿਸਟਮ ਹੈ ਨਾ, ਇਹ ਫੈਡਰਲ ਜੀ, ਜੁਰਿਸਡਿਕਸ਼ਨ ਜੀ। ਸਾਡੀ ਤਾਂ ਹੈ ਨਹੀਂ ਗੀ ਉਹ, ਲੇਕਿਨ ਉਹਦੇ ਵਿੱਚ ਜਿਹੜਾ ਕੋਈ ਸਾਨੂੰ ਹੁਣ ਸੁਣਨ ਨੂੰ ਮਿਲਦਾ, ਕਿਉਂਕਿ ਪਬਲਿਕ ਦੀ ਜਿਹੜੀ ਇਸ ਵਕਤ ਇਸ਼ੂ ਪਬਲਿਕ ਦੇ ਵਿੱਚ ਆ ਰਹੀ ਫੀਡਬੈਕ ਮਿਲ ਰਹੀ ਆ, ਉਹ ਇਹੀ ਆ ਕਿ ਜਿਹੜੇ ਇਮੀਗ੍ਰੈਂਟਸ ਇੱਥੇ ਆ ਰਹੇ ਨੇ, ਖਾਸ ਕਰਕੇ ਸਟੂਡੈਂਟਸ, ਦੇ ਆਰ ਵੈਲਕਮ, ਪਰ ਲੇਕਿਨ ਉਹਨਾਂ ਦੇ ਲਈ ਕੋਈ ਇਨਫਰਾਸਟਰਕਚਰ, ਕੋਈ ਹਾਊਸਿੰਗ ਦੇ ਕੋਈ ਸਹੂਲਤਾਂ ਨਹੀਂ ਹੈਗੀਆਂ। ਉਹਦੇ ਨਾਲ ਇਕੱਲੇ ਸਟੂਡੈਂਟਾਂ ਲਈ ਨਹੀਂ, ਬਾਕੀ ਸਾਰੀ ਪਬਲਿਕ ਦੇ ਉੱਤੇ ਵੀ ਇਹ ਇਸ਼ੂ ਬਣਿਆ ਹੋਇਆ, ਕਿਉਂਕਿ ਉਹਨਾਂ ਨੂੰ ਨਹੀਂ ਫਿਰ ਘਰ ਮਿਲਦੇ ਹੈਗੇ ਰੈਂਟ ਕਰਨ ਵਾਸਤੇ, ਖਰੀਦਣਾ ਤਾਂ ਬਹੁਤ ਦੂਰ ਦੀ ਗੱਲ ਆ ਉਹ। ਸੋ ਉਹ ਫੈਡਰਲ ਗਵਰਨਮੈਂਟ, ਜਿੱਥੇ ਤੱਕ ਮੈਨੂੰ ਪਤਾ ਲੱਗਿਆ ਵੀ ਦੇ ਆਰ ਸੀਰੀਅਸਲੀ ਥਿੰਕਿੰਗ ਵੀ ਇਹਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਜਾਂ ਇਹਨੂੰ ਥੋੜ੍ਹਾ ਕੰਟਰੋਲ ਕੀਤਾ ਜਾਵੇ, ਹੈ ਨਾ। ਕਿਉਂਕਿ ਕੈਪਿੰਗ ਕਰਨਾ ਬੜਾ ਮੁਸ਼ਕਲ ਹੁੰਦਾ। ਕੈਪਿੰਗ ਕਰਨ ਦੇ ਵਿੱਚ ਤਾਂ ਫਿਰ ਉਹ ਫਰਜ਼ ਕਰੋ ਜਾਂ ਕਿ 5 ਲੱਖ ਬੰਦਾ ਆਉਂਦਾ, ਜੇ ਕਹਿੰਦੇ 1 ਲੱਖ ਹੀ ਮੰਗਵਾਉਣਾ, ਤੇ ਉਹ ਕਿਹਨੂੰ ਫਿਰ ਲਾਟਰੀ ਸਿਸਟਮ ਕਿਵੇਂ ਹੋਊਗਾ, ਉਹ ਦੈਟ ਵਿਲ ਬੀ ਕੰਪਲਿਕੇਟਡ। ਥੋੜੇ ਇਦਾਂ ਦੀ ਕੁਝ ਹੋਊਗਾ ਜ਼ਰੂਰ, ਕੋਈ ਕੰਫਰਮ ਤਾਂ ਨਹੀਂ, ਕੋਈ ਇਦਾਂ ਦੀਆਂ ਖਬਰਾਂ ਵੀ ਆ ਰਹੀਆਂ ਵੀ ਸ਼ਾਇਦ ਕੈਨੇਡਾ ਗਵਰਨਮੈਂਟ ਕਰ ਰਹੀ ਹੈ ਵੀ ਜਿਹੜੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀਆਂ ਨੇ ਉਹਨਾਂ 'ਚ ਜਿੰਨੀਆਂ ਸੀਟਾਂ ਨੇ ਸਟੂਡੈਂਟਾਂ ਦੀਆਂ ਉੱਥੋਂ ਤੱਕ ਸੀਮਿਤ ਕਰਤਾ ਜਾਵੇ। ਕਿਉਂਕਿ ਹੁਣ ਵਿਦਨ ਨੈਕਸਟ 6 months ਯੂ ਵਿਲ ਸੀ ਅ ਚੇਂਜ, ਗੈਰੰਟੀਡ ਉਹ ਹੋਣੀ ਚੇਂਜ ਉਹ। ਸੋ ਜਿਹੜੇ ਇੰਡੀਆ ਤੋਂ ਸਟੂਡੈਂਟ ਵਗੈਰਾ ਆਉਂਦੇ ਨੇ ਜਾਂ ਮਾਂ ਪਿਓ ਭੇਜਦੇ ਨੇ, ਉਹਨਾਂ ਨੂੰ ਦੇ ਸ਼ੁੱਡ ਬੀ ਰੈਡੀ। ਹੋਪਫੁਲੀ ਕਿ ਜਿਹੜੇ ਉੱਥੋਂ ਦੇ ਏਜੰਟ ਨੇ ਉਹਨਾਂ ਨੂੰ ਦੱਸਣਾ ਸ਼ੁਰੂ ਕਰ ਦੇਣਾ ਵੀ ਉੱਥੇ ਕੀ ਕੁਛ ਹੋ ਸਕਦਾ, ਕੀ ਕੁਛ ਹੋ ਰਿਹਾ ਹੈ ਨਾ ਉਹ। ਕਿਉਂਕਿ ਯੂਨੀਵਰਸਿਟੀਆਂ ਜਿਹੜੇ ਕਈ ਕਾਲਜ ਓਵਰਨਾਈਟ ਬਣ ਜਾਂਦੇ ਨੇ ਪੈਸਾ ਲੈਣ ਦੀ ਖਾਤਰ, ਉਹ ਐਡਮਿਸ਼ਨ ਲੈ ਕੇ ਪੈਸੇ ਲੈ ਕੇ ਦੈਨ ਦੇ ਡਿਸਅਪੀਅਰ, ਜਾਂ ਫਿਰ ਜਦੋਂ ਆਉਂਦੇ ਨੇ ਉਹਨਾਂ ਲਈ ਰਹਿਣ ਦੀ ਕੋਈ ਸਹੂਲਤ ਨਹੀਂ, ਉਹਨਾਂ ਨੂੰ ਸਟੂਡੈਂਟ ਤੋਂ ਵੀ ਪੈਸਾ ਲੈਂਦੇ ਨੇ, ਗੌਰਮੈਂਟ ਤੋਂ ਵੀ, ਅਸੀਂ ਵੀ ਉਹਨਾਂ ਨੂੰ ਸਬਸਿਡੀ ਦਿੰਦੇ ਹਾਂ। ਸੋ ਅਸੀਂ ਹੁਣ ਇਹ ਸੋਚਦੇ ਹਾਂ ਵੀ ਜਿਵੇਂ ਚਾਹੇ ਕੋਈ ਵੱਡੀ ਯੂਨੀਵਰਸਿਟੀ ਹੋਵੇ ਚਾਹੇ ਛੋਟੀ ਯੂਨੀਵਰਸਿਟੀ ਹੋਵੇ, ਦੇ ਸ਼ੁੱਡ ਬੀ ਰਿਕੁਆਇਰਡ ਕਿ ਜਿਹੜੀ ਉਹ ਜਿੰਨੇ ਸਟੂਡੈਂਟ ਆਉਂਦੇ ਉਹਨਾਂ ਲਈ ਰਹਿਣ ਦਾ ਬੰਦੋਬਸਤ ਉੱਥੇ ਕੈਂਪਸ ਦੇ ਵਿੱਚ ਹੀ ਹੋਵੇ, ਖੁਦ ਕਰਨ। ਹਾਂ, ਖੁਦ ਕਰਨ ਉਹ। ਸੋ ਜੇ ਉਹ ਨਹੀਂ ਹੁੰਦਾ ਹੈਗਾ ਤਾਂ ਇਹਦੇ ਨਾਲ ਜਿਹੜੀ ਕੰਪਲੀਕੇਸ਼ਨ ਹੋਰ ਵਧਣਗੀਆਂ। ਸੰਧਵਾ ਸਾਹਿਬ ਪੰਜਾਬ ਵਿਧਾਨ ਸਭਾ ਸਪੀਕਰ ਤੁਹਾਡੇ ਮਿੱਤਰ ਨੇ, ਤੁਹਾਨੂੰ ਮਿਲ ਕੇ ਵੀ ਗਏ ਸੀ ਇੱਥੇ, ਕਦੋਂ ਗੇੜਾ ਲਾ ਰਹੇ ਤੁਸੀਂ ਪੰਜਾਬ ਵਿਧਾਨ ਸਭਾ? ਮੈਨੂੰ ਜਦੋਂ ਕੁਲਤਾਰ ਸਿੰਘ ਜਦੋਂ ਇੱਥੇ ਆਏ ਨਾ, ਸਾਡੀ ਇੱਥੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਮੀਟਿੰਗ ਸੀ ਨੋਵਾ ਸਕੋਸ਼ੀਆ, ਸੋ ਫਸਟ ਟਾਈਮ ਮੈਟ ਹਿਮ ਦੇਅਰ। ਤੇ ਪਹਿਲਾਂ ਮੈਂ ਆਮ ਆਦਮੀ ਪਾਰਟੀ ਬਾਰੇ ਤਾਂ ਕਾਫੀ ਸੁਣਿਆ ਸੀਗਾ। ਉਹ ਜਦੋਂ ਅਸੀਂ ਉੱਥੇ ਮਿਲੇ ਵੀ ਕਨੈਕਟਡ ਇਮੀਡੀਏਟਲੀ, ਸਾਡਾ ਜਿਹੜਾ ਕਲਿੱਕ ਹੋਣਾ ਹੁੰਦਾ ਕਹਿੰਦੇ ਹੁੰਦੇ ਆ ਨਾ, ਸੋ ਵੀ ਸੈਟ ਡਾਊਨ। ਉਹ ਵੀ ਕਮਾਲ ਦੀ ਸ਼ਖਸੀਅਤ ਨੇ। ਸੋ ਉਹਨਾਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ, ਤੇ ਅਸੀਂ ਇੱਕ ਦੂਜੇ ਨਾਲ ਬਹੁਤ ਹੀ ਜਾਣੀ ਨਾ ਓਪਨ ਡਿਸਕਸ਼ਨ ਹੈ, ਜਿਹੜੇ ਓਨੈਸਟ ਡਿਸਕਸ਼ਨ ਕੀਤੀਆਂ ਸਾਰੀਆਂ। ਸੋ ਉਹਨਾਂ ਨੇ ਮੈਨੂੰ ਕਈ ਵਾਰੀ ਕਿਹਾ ਵੀ ਤੂੰ ਆ ਜਾ ਹੁਣ ਇੱਥੇ, ਅਸੀਂ ਤੇਰੀ ਵੇਟ ਕਰਦੇ ਹਾਂ। ਤੇ ਹੁਣ ਮੈਂ ਸੋਚਦਾ ਵੀ ਦਸੰਬਰ ਦੇ ਵਿੱਚ ਆਓਗੇ ਜਾਂ ਪਲਾਨ ਬਣਾ ਰਿਹਾ। ਇੱਕ ਚੌਹਾਨ ਸਾਹਿਬ, ਤੁਸੀਂ ਵੀ ਕਿਤੇ ਉਹਦੇ ਨੇੜੇ ਜੇ ਕੋਈ ਕੰਮ ਕੀਤਾ ਹੈ, ਜਿਹੜੇ ਕੈਨੇਡਾ ਦੇ ਮੂਲ ਵਸਨੀਕ ਨੇ ਉਹਨਾਂ ਦੀਆਂ ਸਮੱਸਿਆਵਾਂ ਨੇ ਚੱਲਦੀਆਂ ਆ ਰਹੀਆਂ ਨੇ, ਕੋਈ ਆਪਣੇ ਅਸੈਂਬਲੀ 'ਚ ਉਹਨਾਂ ਬਾਰੇ ਕੋਈ ਨਵੀਂ ਗੱਲ ਲਿਆ ਰਹੇ? ਜਿਹੜੇ ਇੱਥੋਂ ਦੇ ਆਦੀਵਾਸੀ ਨੇ, ਮੂਲ ਨਿਵਾਸੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਵਸਨੀਕ, ਉਹ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਲੇਕਿਨ ਜਦੋਂ ਇੱਥੇ ਕੋਲੋਨਾਈਜ਼ਰ ਬ੍ਰਿਟਿਸ਼ ਤੇ ਫਰੈਂਚ ਜਾਂ ਹੋਰ ਸਾਰੇ ਆਏ, ਉਹਨਾਂ ਨੇ ਉਹਨਾਂ ਨੂੰ ਤਕਰੀਬਨ ਖਤਮ ਕਰ ਦਿੱਤਾ ਸੀ। ਉਹਨਾਂ ਦੀ ਆਬਾਦੀ ਘਟ ਕੇ ਸਿਰਫ 5% ਰਹਿ ਗਈ ਹੈ ਨਾ। ਉਹਨਾਂ ਦਾ ਜਿਹੜਾ ਕਲਚਰ ਸੀ, ਉਹਨਾਂ ਦਾ ਜਿਹੜਾ ਸੀਗਾ ਲੈਂਗੁਏਜ ਸੀ, ਉਹਨੂੰ ਖਤਮ ਕਰ ਦਿੱਤਾ ਗਿਆ। ਉਹਨਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਭੇਜ ਕੇ ਉਹਨਾਂ ਨੂੰ ਬ੍ਰੇਨ ਵਾਸ਼ ਕਰ ਦਿੰਦੇ ਸੀਗੇ, ਹੈ ਨਾ ਉਹ। ਸੋ ਉਹ ਚੀਜ਼ ਨੂੰ ਓਵਰਕਮ ਕਰਨ ਵਾਸਤੇ ਜਾਂ ਵਿਧਾਨ ਸਭਾ ਦਾ ਜਿਹੜਾ ਕਲਚਰ ਚੇਂਜ ਕਰਨ ਵਾਸਤੇ ਮੈਂ ਇੱਕ ਹੁਣ ਪ੍ਰੋਗਰਾਮ ਬਣਾਇਆ, ਫਸਟ ਟਾਈਮ ਇਨ ਆਰ ਹਿਸਟਰੀ, ਕਿ ਉਹ ਜਿਹੜੇ ਆਪਣੇ ਇੰਡੀਜਨਸ ਲੋਕ ਨੇ, ਆਦੀਵਾਸੀ ਨੇ, ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਐਡਵਾਈਸ ਲੈ ਕੇ ਦੇਖਿਆ ਜਾਵੇ ਵੀ ਅਸੀਂ ਅੰਦਰ ਜਿਹੜਾ ਹੈਗਾ ਆਰਟ ਵਰਕ ਆ, ਫॉर ਐਗਜ਼ਾਮਪਲ, ਉਹ ਕਿਹੜਾ ਵਾ, ਕਿਵੇਂ ਲਾਈਏ, ਤੇ ਜਿਹੜਾ ਰਿਫਲੈਕਟਿਵ ਹੋਵੇ ਇੰਡੀਜਨਸ ਜਿਹੜਾ ਉਹਨਾਂ ਦਾ ਬੈਕਗਰਾਊਂਡ, ਉਹਨਾਂ ਦੀ ਯਾਦ ਉੱਥੇ ਰਵੇ, ਤਾਜ਼ੀ ਰਵੇ, ਤੇ ਉਹਨਾਂ ਨੂੰ ਵੈਲਕਮ ਹੋਵੇ। ਹੁਣ ਜਦੋਂ ਅਸੀਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਕਰਦੇ ਹਾਂ, ਆਈ ਇਨਵਾਈਟ them ਵੀ ਉਹ ਸਾਡੇ ਨਾਲ ਤੁਰਨ। ਉਹਨਾਂ ਦੀ ਜਿਹੜੀ ਪ੍ਰੇਅਰ ਹੁੰਦੀ ਹੈ ਪਹਿਲੇ ਦਿਨ ਦੀ, ਅਸੀਂ ਉਹਨਾਂ ਤੋਂ ਕਰਵਾਉਂਦੇ ਹਾਂ ਉੱਥੇ ਸਾਰਾ ਉਹ। ਤੇ ਪਲੱਸ ਉਹਨਾਂ ਦੀ ਜਿਹੜੀ ਲੈਂਗੁਏਜ ਆ, ਉਹ ਭਾਸ਼ਾ ਜਿਹੜੀ ਉਹਨਾਂ ਨੇ ਖਤਮ ਕਰਤੀ ਸੀ, ਉਹ ਮੈਂ ਹੁਣ ਬਾਹਰ ਆਪਣੀ ਜਿਹੜੀ ਸਾਡੀ
ਪਾਰਲੀਮੈਂਟ ਬਿਲਡਿੰਗ ਆ ਹਮ। ਉਹਦੇ ਬਾਹਰ ਉਹ ਇਨਸਕ੍ਰਾਈਬ ਕਰ ਦੇਣੀ ਆ ਉਹ। ਚੌਹਾਨ ਸਾਹਿਬ ਮੈਂ ਤੁਹਾਨੂੰ ਥੋੜਾ ਰੋਕਣਾ ਚਾਹੁੰਦਾ। ਹਾਂ। ਮੈਨੂੰ ਚੰਡੀਗੜ੍ਹ ਯਾਦ ਆ ਗਿਆ। ਮੈਂ ਚੰਡੀਗੜ੍ਹ ਤੇ ਇੱਕ ਕਿਤਾਬ ਲਿਖੀ ਹੈ, ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ। ਜਿਹੜੇ 28 ਪਿੰਡ ਪੰਜਾਬੀ ਉਜਾੜ ਕੇ ਚੰਡੀਗੜ੍ਹ ਵਸਾਇਆ, ਉਹ ਪਿੰਡ ਦੱਬੇ ਪਏ ਨੇ ਚੰਡੀਗੜ੍ਹ ਦੇ ਥੱਲੇ, ਪਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਵਸਾਇਆ ਸੀ, ਪਰ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤੀ। ਔਰ ਦੂਸਰੀ ਗੱਲ, ਚੰਡੀਗੜ੍ਹ ਦੀ ਅਫੀਸ਼ੀਅਲ ਲੈਂਗੁਏਜ ਅੱਜ ਵੀ ਅੰਗਰੇਜ਼ੀ ਹੈ। ਜਿਹੜੇ 28 ਪਿੰਡ ਉਜਾੜ ਕੇ ਚੰਡੀਗੜ੍ਹ ਉਸਾਰਿਆ, ਉਹਨਾਂ ਦੀ ਮਾਂ ਬੋਲੀ ਵੀ ਉੱਥੋਂ ਖਤਮ ਕਰ ਦਿੱਤੀ ਹੈ। ਔਰ ਮੈਂ ਤੇ ਉਹ ਤੁਹਾਡੀ ਗੱਲ ਸੁਣ ਕੇ ਆਇਆ ਵੀ ਕਿਤੇ ਰਾਜ ਚੌਹਾਨ ਸਾਡੇ ਵੀ ਜੰਮਣ ਤੇ ਚੰਡੀਗੜ੍ਹ 'ਚ ਵੀ ਸਾਡੀ ਮੂਲ ਵਸਨੀਕਾਂ ਦੀ ਸੁਣੀ ਜਾਵੇ। ਹਾਂਜੀ, ਜੇ ਤੁਸੀਂ ਆਪਦੀ ਮਾਂ ਬੋਲੀ ਨੂੰ ਭੁੱਲ ਜਾਂਦੇ ਆ ਨਾ, ਤੁਹਾਡਾ ਸਾਰਾ ਕਲਚਰ, ਤੁਹਾਡੀ ਸਾਰੀ ਹੈਰੀਟੇਜ ਖਤਮ ਹੋ ਜਾਂਦੀ ਹੈ ਨਾ। ਹੁਣ ਜਿਹੜੇ ਉਹਨਾਂ ਦੇ ਸਾਡੇ ਜਿਹੜੇ ਐਫਰਟ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਨੇ, ਉਹਨਾਂ ਨੂੰ ਇਨਕਰੇਜ ਕਰਦੇ ਆ ਤਾਂ ਕਿ ਉਹ ਆਪਦੀ ਜਿਹੜੀ ਬੋਲੀ ਉਹਨੂੰ ਰਿਵਾਈਵ ਕਰ ਸਕਣ ਉਹ, ਔਰ ਕਾਫੀ ਹੱਦ ਤੱਕ ਉਹਨਾਂ ਨੇ ਕਰ ਵੀ ਲਈ ਆ ਉਹ। ਸੋ ਦੈਟਸ ਵਾਟ ਵੀ ਡੂ। ਸੋ ਉਹ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਪਰ ਬਹੁਤ ਇੰਪੋਰਟੈਂਟ ਗੱਲਾਂ ਨੇ ਉਹ, ਤਾਂ ਕਿ ਜਿਹੜੀ ਇੱਥੋਂ ਦਾ ਟਰੂ ਕਲਚਰ ਸੀ, ਇਹਦੀ ਟਰੂ ਹਿਸਟਰੀ ਸੀਗੀ, ਉਹਨੂੰ ਲੋਕਾਂ ਨੂੰ ਪੜ੍ਹਾਇਆ ਜਾਵੇ। ਕਿਉਂਕਿ ਜਦੋਂ ਦੇ ਇੱਥੇ ਬ੍ਰਿਟਿਸ਼ ਨੇ ਆ ਕੇ ਟੇਕ ਓਵਰ ਕੀਤਾ, ਸਾਨੂੰ ਬ੍ਰਿਟਿਸ਼ ਹਿਸਟਰੀ ਪੜ੍ਹਾਈ ਆ। ਜਿਹੜੀ ਇੱਥੋਂ ਦੀ ਮੂਲਵਾਦੀ ਸੀਗੇ ਜਾਂ ਇਹਨਾਂ ਦੇ ਵਸਨੀਕ ਸੀਗੇ, ਉਹਨਾਂ ਬਾਰੇ ਕਿਸੇ ਨੇ ਦੱਸਿਆ ਹੀ ਨਹੀਂ ਗਾ। ਕਾਮਾਗਾਟੋ ਮਾਰੂ ਬਾਰੇ ਸਾਡੇ ਕਿਸੇ ਵੀ ਜਿਹੜੀ ਸੀਗਾ ਇਤਿਹਾਸ ਦੇ ਵਿੱਚ ਕੋਈ ਰਿਟਨ ਇਨਫੋਰਮੇਸ਼ਨ ਨਹੀਂ ਸੀ। ਉਹ ਹੁਣ ਅਸੀਂ ਸਕੂਲਾਂ ਦੇ ਕਰਿਕੂਲਮ ਦੇ ਵਿੱਚ ਵੀ ਲਗਵਾ ਦਿੱਤਾ ਉਹ, ਵੀ ਕਾਮਾਗਾਟਾ ਮਾਰੂ ਆਇਆ ਸੀ, ਕਿਵੇਂ ਆਇਆ ਸੀ, ਕਿਉਂ ਆਇਆ ਸੀ, ਉਹਨੂੰ ਕਿਹਨੇ ਰੋਕਿਆ ਸੀ, ਉਸ ਤੋਂ ਬਾਅਦ ਉਹਦੇ ਇੰਪਲੀਕੇਸ਼ਨ ਉਹਦੇ ਕੀ ਹੋਇਆ ਸੀ, ਚਾਈਨੀਜ਼ ਹੈਡ ਟੈਕਸ ਲੱਗਿਆ ਸੀ, ਉਹਨਾਂ ਨਾਲ ਕਿਵੇਂ ਹੋਇਆ ਸੀ, ਉਹ ਸਾਰਾ ਕੁਛ ਹੁਣ ਅਸੀਂ ਸਕੂਲਾਂ ਦੇ ਵਿੱਚ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਚੌਹਾਨ ਸਾਹਿਬ, ਬੜੀ ਰੂਹਦਾਰ ਸ਼ਖਸੀਅਤ ਜੇ ਤੁਸੀਂ, ਸੰਘਰਸ਼ਸ਼ੀਲ ਸ਼ਖਸੀਅਤ ਜੇ, ਛੱਡਣ ਨੂੰ ਤੁਹਾਨੂੰ ਜੀ ਨਹੀਂ ਕਰਦਾ, ਪਰ ਅਖੀਰ 'ਚ ਅੱਧੀ ਸਦੀ ਪਹਿਲਾਂ ਜਿਹੜੇ ਪੰਜਾਬ ਨੂੰ ਤੁਸੀਂ ਬਾਏ ਬਾਏ ਕਰਕੇ ਆਏ ਦੇ, ਉਹਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਪੰਜਾਬ ਤੋਂ ਬਾਰੇ ਅਸੀਂ ਹਮੇਸ਼ਾ ਇਹੀ ਸੋਚਿਆ ਵੀ ਸਾਨੂੰ ਠੰਡੀਆਂ ਹਵਾਵਾਂ ਉੱਥੋਂ ਆਉਣ। ਕਿਆ ਬਾਤ ਹੈ ਨਾ, ਕਿਉਂਕਿ ਉੱਥੇ ਜਿਹੜੇ ਸਾਡੇ ਹੁਣ ਦਾਦੇ ਪੜਦਾਦੇ ਸਾਰੀਆਂ ਫੈਮਲੀਆਂ ਸਾਰੇ ਉੱਥੇ ਰਹਿ ਰਹੇ ਨੇ, ਭੈਣ ਭਰਾ ਵੀ ਰਹਿੰਦੇ ਨੇ ਉਹ। ਅਸੀਂ ਹਮੇਸ਼ਾ ਇਹੀ ਸੋਚਦੇ ਹਾਂ ਵੀ ਉੱਥੋਂ ਦੀ ਇੰਨੀ ਤਰੱਕੀ ਹੋਵੇ, ਇੰਨਾ ਸੋਹਣਾ ਮੁਲਕ ਹੋਵੇ, ਲੋਕਾਂ ਨੂੰ ਉਹਨੂੰ ਛੱਡ ਕੇ ਬਾਹਰ ਨਾ ਆਉਣਾ ਪਵੇ, ਸਗੋਂ ਅਸੀਂ ਉੱਥੇ ਜਾ ਕੇ ਰਹੀਏ, ਹੈ ਨਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪੰਜਾਬ ਦੇ ਨਾਲ, ਇੰਡੀਆ ਦੇ ਨਾਲ ਟ੍ਰੇਡ ਐਗਰੀਮੈਂਟ ਕਰਕੇ ਇੱਕ ਦੂਜੇ ਨਾਲ ਜਿਹੜੀ ਤਰੱਕੀ ਦੇ ਵਿੱਚ ਹਿੱਸਾ ਪਾ ਸਕੀਏ। ਸੋ ਮੈਂ ਉੱਥੋਂ ਦੇ ਲੋਕਾਂ ਨੂੰ ਇਹੀ ਕਹਿਣਾ ਵੀ ਆ, ਤੁਹਾਡਾ ਜਿਹੜਾ ਭੈਣ ਭਰਾ ਜਿਹੜੇ ਅਸੀਂ ਇੰਡੀਆ ਤੋਂ, ਪੰਜਾਬ ਤੋਂ ਬਾਹਰ ਕੈਨੇਡਾ 'ਚ ਆਏ ਹਾਂ, ਪਿਛਲੇ 100 ਸਾਲ ਤੋਂ ਇੱਥੇ ਰਹਿ ਰਹੇ ਹਾਂ, ਬਹੁਤ ਤਰੱਕੀਆਂ ਕੀਤੀਆਂ ਨੇ। ਉਹ ਜਿਹੜੀ ਸਾਡੀ ਤਰੱਕੀ ਦਾ ਸਭ ਤੋਂ ਵੱਡਾ ਹਿੱਸਾ ਸਾਡੇ ਬਜ਼ੁਰਗ ਨੇ, ਸਾਡੀ ਜਿਹੜੀ ਮਾਂ ਬੋਲੀ ਆ ਜਾਂ ਜਿਹੜੇ ਸਾਡੇ ਹੈਰੀਟੇਜ ਆ। ਸੋ ਜਦੋਂ ਵੀ ਤੁਸੀਂ ਕਿਤੇ ਜਾਂਦੇ ਆ, ਕਦੇ ਆਪਣੀ ਹੈਰੀਟੇਜ ਨੂੰ ਨਾ ਭੁੱਲੋ। ਜਦੋਂ ਹਿੰਦੁਸਤਾਨ, ਜੇ ਤੁਸੀਂ ਇੱਥੇ ਆਉਣੇ ਵੀ ਆ, ਬੱਚਿਆਂ ਨੂੰ ਉਹ ਇਤਿਹਾਸ ਪੜ੍ਹਾ ਕੇ ਭੇਜੋ ਜਿਹੜਾ ਭਗਤ ਸਿੰਘ ਨੇ, ਊਧਮ ਸਿੰਘ ਨੇ ਕੀਤਾ ਸੀਗੇ, ਵੀ ਤਾਂ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਰਹੇ ਵੀ ਆਪਦੇ ਹੱਕਾਂ ਦੇ ਲਈ ਅਸੀਂ ਖੜਾਂਗੇ ਤਾਂ ਸਾਨੂੰ ਹੱਕ ਮਿਲਣਗੇ। ਜੇ ਅਸੀਂ ਆਪਦੇ ਹੱਕਾਂ ਲਈ ਆਪ ਨਹੀਂ ਖੜਾਂਗੇ, ਸਾਨੂੰ ਕਿਸੇ ਨੇ ਕੁਛ ਨਹੀਂ ਦੇਣਾ। ਮਿਹਰਬਾਨੀ, ਥੈਂਕ ਯੂ ਜੀ। ਸੋ ਤੁਸੀਂ ਰਾਜ ਚੌਹਾਨ ਉਹਨਾਂ ਨੂੰ ਸੁਣਿਆ, ਤੁਸੀਂ ਆਪ ਮਹਿਸੂਸ ਕਰੋਗੇ ਵੀ ਰਾਜ ਚੌਹਾਨ ਕੇਵਲ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਨਹੀਂ ਗਏ। ਮੈਂ ਤਾਂ ਇਹ ਕਹੂੰਗਾ ਵੀ ਇੱਕ ਯੁੱਗ ਪੁਰਸ਼ ਨੇ, ਜਿਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ਕੈਨੇਡਾ ਆ ਕੇ 5 ਵਾਰ ਵਿਧਾਇਕ ਦੀ ਚੋਣ ਜਿੱਤੀ ਤੇ ਫਿਰ ਸਪੀਕਰ ਬਣੇ ਤੇ ਕਈ ਵੱਡੇ ਸੰਘਰਸ਼ ਵੀ ਲੜੇ। ਇੱਦਾਂ ਦੇ ਪ੍ਰੋਗਰਾਮ ਹੋਰ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ।